ਸੋ ਸਾਧ ਸੰਗਤ ਜੀਓ, ਅੱਜ ਆਪਾਂ ਅਸ਼ਟਪਦੀ ਨੰਬਰ 11 ਉਸ ਦਾ ਬੰਦ ਨੰਬਰ 8 ਯਾਨੀ ਅਖੀਰਲਾ ਬੰਦ ਹੈ ਜੋ ਅੱਜ ਆਪਾਂ ਸਮਝਣਾ ਹੈ। ਸੋ ਇਸ ਤੋਂ ਪਹਿਲਾਂ ਆਪਾਂ ਬੰਦ ਨੰਬਰ 7 ਸਮਝਿਆ ਸੀ, ਜਿਸ ਵਿੱਚ ਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾਈ ਸੀ ਕਿ ਇਹ ਜਿਹੜਾ ਮਨੁੱਖ ਹੈ ਯਾਨੀ ਜਿਹੜਾ ਜੀਵ ਹੈ, ਇਹ ਕਦੀ ਯਾਨੀ ਇਹਦੀਆਂ ਅਵਸਥਾਵਾਂ ਜਿਹੜੀਆਂ ਨੇ ਬਦਲਦੀਆਂ ਰਹਿੰਦੀਆਂ ਨੇ। ਜਿਹੜੀ ਇਹਦੀ ਮਾਨਸਿਕ ਅਵਸਥਾ ਹੈ, ਸਰੀਰਕ ਅਵਸਥਾ ਤੇ ਆਪਾਂ ਸਾਰੇ ਸਮਝਦੇ ਹੀ ਹਾਂ ਵੀ ਬਦਲਦੀ ਰਹਿੰਦੀ ਹੈ। ਕਦੀ ਅਸੀਂ ਬਚਪਨੇ 'ਚ ਹੁੰਦੇ ਹਾਂ, ਕਦੀ ਜਵਾਨੀ 'ਚ ਹੁੰਦੇ ਹਾਂ, ਕਦੀ ਬੁਢੇਪੇ ਚਲੇ ਜਾਂਦੇ ਹਾਂ ਤੇ ਅਖੀਰ ਛੁੱਟੀ ਹੋ ਜਾਂਦੀ ਹੈ। ਲੇਕਿਨ ਜਿਹੜੀ ਸਾਡੀ ਮਾਨਸਿਕ ਅਵਸਥਾ ਹੈ ਉਹ ਵੀ ਬਦਲਦੀ ਰਹਿੰਦੀ, ਉਹ ਵੀ ਇੱਕੋ ਜਿਹੀ ਕਦੇ ਨਹੀਂ ਰਹਿੰਦੀ। ਉਹ ਤੇ ਸਗੋਂ ਸਰੀਰ ਨਾਲੋਂ ਜਿਵੇਂ ਮੈਨੂੰ ਮਹਿਸੂਸ ਹੁੰਦਾ ਵੀ ਜ਼ਿਆਦਾ ਬਦਲਦੀ ਹੈ। ਸਰੀਰ ਨੂੰ ਤਬਦੀਲ ਹੋਣ ਨੂੰ ਅਜੇ ਵਕਤ ਲੱਗਦਾ ਹੈ, ਲੇਕਿਨ ਮਨ ਨੂੰ ਬਦਲਣ ਲੱਗਿਆਂ ਵਕਤ ਨਹੀਂ ਲੱਗਦਾ। ਇਹ ਹਰ ਛਿਨ ਹਰ ਪਲ ਤਬਦੀਲ ਹੁੰਦਾ ਰਹਿੰਦਾ, ਬਦਲਦਾ ਰਹਿੰਦਾ। ਇਸੇ ਲਈ ਗੁਰੂ ਜੀ ਨੇ ਆਖਿਆ ਸੀ ਵੀ ਕਦੀ ਤੇ ਪੰਡਿਤ ਬਣ ਬੈਂਦਾ ਯਾਨੀ ਵੱਡਾ ਵਿਦਵਾਨ ਬਣ ਬੈਂਦਾ ਤੇ ਵਖਿਆਣ ਦੇਣ ਲੱਗ ਪੈਂਦਾ ਲੋਕਾਂ 'ਚ ਆ ਕੇ ਮੇਰੀ ਤਰ੍ਹਾਂ, ਹਨਾ। ਕਦੀ ਬਿਲਕੁਲ ਚੁੱਪ ਕਰ ਜਾਂਦਾ, ਮੌਨ ਧਾਰਨ ਕਰ ਲੈਂਦਾ ਹੈ ਤੇ ਮਾਨੋ ਇਹ ਧਿਆਨ ਮਗਨ ਹੋ ਜਾਂਦਾ ਹੈ ਤੇ ਲੋਕਾਂ ਨੂੰ ਦੱਸਦਾ ਹੈ ਕਿ ਮੇਰਾ ਧਿਆਨ ਬੜਾ ਜੁੜਦਾ ਹੈ ਤੇ ਧਿਆਨੀ ਬਣ ਜਾਂਦਾ ਹੈ। ਕਦੀ ਇਹ ਤੀਰਥਾਂ ਉੱਤੇ ਇਸ਼ਨਾਨ ਕਰਨ ਤੁਰ ਪੈਂਦਾ ਹੈ, ਕਦੀ ਇਹ ਸਿੱਧ ਸਾਧਕ ਹੋ ਕੇ ਮੂੰਹ ਗਿਆਨ ਦੀਆਂ ਗੱਲਾਂ ਕਰਦਾ ਹੈ। ਸੋ ਇਹੋ ਜਿਹੀਆਂ ਚੀਜ਼ਾਂ ਗੁਰੂ ਜੀ ਨੇ ਦੱਸਿਆ ਕਿ ਇਸ ਮਨੁੱਖ ਦੀ ਜਿਹੜੀ ਮਾਨਸਿਕ ਅਵਸਥਾ ਹੈ ਉਹ ਕਿਵੇਂ ਤਬਦੀਲ ਹੁੰਦੀ ਰਹਿੰਦੀ ਹੈ। ਲੇਕਿਨ ਜਿਹੜਾ ਇਸ ਅਸ਼ਟਪਦੀ ਦਾ ਸ਼ਲੋਕ ਹੈ ਉਹਦੇ ਵਿੱਚ ਆਪਾਂ ਸਾਰਿਆਂ ਨੇ ਇਹ ਗੱਲ ਸਮਝੀਏ ਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਏ। ਇਹ ਸਭ ਕੁਝ ਕਰਨ ਵਾਲਾ ਪਰਮਾਤਮਾ ਆਪ ਹੀ ਹੈ। ਉਸ ਪਰਮਾਤਮਾ ਨੇ ਆਪ ਹੀ ਇਸ ਤਰ੍ਹਾਂ ਦੀ ਕੋਈ ਬਣਤ ਬਣਾਈ ਹੋਈ ਹੈ ਕਿ ਮਨੁੱਖ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਬਦਲਦਾ ਰਹਿੰਦਾ ਹੈ। ਕੱਲਾ ਮਨੁੱਖ ਹੀ ਨਹੀਂ, ਸਗੋਂ ਸਾਰੀ ਕਾਇਨਾਤ ਬਦਲਦੀ ਹੈ, ਪੂਰੇ ਖੰਡ ਬ੍ਰਹਿਮੰਡ ਬਦਲਦੇ ਨੇ। ਅੱਜ ਤਾਂ ਸਾਇੰਸ ਇਹ ਵੀ ਸਾਨੂੰ ਦੱਸ ਰਹੀ ਹੈ ਕਿ ਜਿਹੜੇ ਉੱਤੇ ਵੱਡੇ ਵੱਡੇ ਪਲੈਨਟ ਨੇ, ਚੰਦ, ਸਿਤਾਰੇ, ਸੂਰਜ ਆਦਿਕ, ਇਹ ਸਭ ਬਦਲ ਰਹੇ ਨੇ, ਨਵੇਂ ਪੈਦਾ ਹੋ ਰਹੇ ਨੇ, ਪੁਰਾਣੇ ਮਿਟਦੇ ਜਾ ਰਹੇ ਨੇ। ਸੋ ਇਹ ਤਬਦੀਲੀ ਹੋਣੀ ਸੁਭਾਵਕ ਹੈ, ਇਹ ਕੁਦਰਤੀ ਹੈ, ਕਿਸੇ ਦੇ ਵੱਸ ਨਹੀਂ। ਗੁਰੂ ਜੀ ਨੇ ਆਖਿਆ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਲ ਸੋਏ। ਮੈਂ ਉਸ ਤੋਂ ਸਦਕੇ ਜਾਣਾ, ਉਸ ਪਰਮਾਤਮਾ ਤੋਂ ਜਿਹੜਾ ਇਹ ਪੂਰੀ ਰਚਨਾ ਨੂੰ ਰਚ ਕੇ ਤੇ ਉਹਦੇ ਵਿੱਚ ਸਮਾਇਆ ਹੋਇਆ, ਉਹਦੇ 'ਚ ਲੀਨ ਹੈ, ਉਹਦੇ ਤੋਂ ਵੱਖਰਾ ਨਹੀਂ ਹੈ, ਉਹਦੇ ਤੋਂ ਮੈਂ ਬਲਿਹਾਰ ਜਾਣਾ। ਅੱਜ ਜਿਹੜਾ ਆਪਾਂ ਬੰਦ ਸ਼ੁਰੂ ਕਰਨਾ ਹੈ, ਬੰਦ ਨੰਬਰ 8, ਉਹ ਗੁਰੂ ਜੀ ਨੇ ਸ਼ੁਰੂ ਇੱਥੋਂ ਕੀਤਾ ਹੈ। ਕਬਹੂ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ। ਮਨੁੱਖ ਦੀ ਗੱਲ ਕੀਤੀ ਹੈ ਜਾਂ ਜੀਵ ਦੀ ਗੱਲ ਆਖ ਲਓ, ਸਾਡੀ ਗੱਲ ਸਾਰਿਆਂ ਦੀ ਕੀਤੀ ਗੁਰੂ ਜੀ ਨੇ ਕਿ ਕਦੀ ਇਹ ਮਨੁੱਖ ਸਾਧ ਸੰਗਤ ਪ੍ਰਾਪਤ ਕਰ ਲੈਂਦਾ, ਯਾਨੀ ਸਾਧ ਸੰਗਤ ਵਿੱਚ ਆਉਣ ਦਾ ਇਹਨੂੰ ਸਮਾਂ ਉਪਲਬਧ ਹੋ ਜਾਂਦਾ, ਸਮਾਂ ਮਿਲ ਜਾਂਦਾ, ਅਵਸਰ ਮਿਲ ਜਾਂਦਾ। ਇੱਥੋਂ ਤੱਕ ਤੇ ਗੱਲ ਬੜੀ ਸਪਸ਼ਟ ਹੈ ਤੇ ਇਹਦੇ ਕੋਈ ਬਹੁਤੇ ਡੂੰਘੇ ਅਰਥ ਵੀ ਕਰਨ ਦੀ ਜ਼ਰੂਰਤ ਨਹੀਂ। ਕਬਹੂ ਸਾਧ ਸੰਗਤ ਇਹ ਪਾਵੈ, ਕਦੀ ਇਹ ਮਨੁੱਖ ਸਾਧੂਆਂ ਦੀ ਸੰਗਤ ਪ੍ਰਾਪਤ ਕਰ ਲੈਂਦਾ, ਇਹਨੂੰ ਸਮਾਂ ਮਿਲ ਜਾਂਦਾ ਸਾਧ ਸੰਗਤ ਵਿੱਚ ਆਉਣ ਦਾ। ਉਸ ਅਸਥਾਨ ਤੇ ਬਹੁਰ ਨਾ ਆਵੈ। ਹੁਣ ਆਹ ਜਿਹੜੀ ਪੰਕਤੀ ਇਹਦੇ ਉੱਤੇ ਕਾਫੀ ਧਿਆਨ ਦੇਣ ਦੀ ਲੋੜ ਹੈ। ਹੁਣ ਇਹਦੇ ਅਰਥ 2-3 ਤਰ੍ਹਾਂ ਨਾਲ ਬਣਦੇ ਨੇ ਤੇ ਮੈਂ 3-4 ਗੁਰਮੁਖਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਇਸ ਪੰਕਤੀ ਵਾਸਤੇ, ਕਿਉਂਕਿ ਇਹਦੇ ਜਿਹੜੇ ਸਿੱਧੇ ਅਰਥ ਨੇ ਜੇ ਅਸੀਂ ਪੰਜਾਬੀ ਬੋਲੀ ਆਪਣੀ ਬੋਲੀ 'ਚ ਕਰੀਏ ਤੇ ਇਉਂ ਹੀ ਹੁੰਦੇ ਨੇ
ਕਿ ਜਿਹੜਾ ਥਾਂ ਇਹਨੂੰ ਪ੍ਰਾਪਤ ਹੁੰਦਾ ਹੈ, ਜਿਹੜੀ ਸਾਧ ਸੰਗਤ ਇਹਨੂੰ ਮਿਲਦੀ ਹੈ, ਕਦੀ ਸਮਾਂ ਮਿਲਦਾ ਸਾਧ ਸੰਗਤ ਵਿੱਚ ਆਉਣ ਦਾ, ਉਸ ਥਾਂ ਤੇ ਮੁੜ ਕੇ ਕਦੇ ਨਹੀਂ ਆਉਂਦਾ। ਇਹਦੇ ਸਿੱਧੇ ਅਰਥ ਤੇ ਇਹੋ ਹੀ ਬਣਦੇ ਨੇ। ਉਸ ਅਸਥਾਨ ਤੇ, ਯਾਨੀ ਜਿਵੇਂ ਅਸੀਂ ਗੁਰਦੁਆਰੇ ਜਾਂਦੇ ਹਾਂ, ਸਾਧ ਸੰਗਤ ਕਰਦੇ ਹਾਂ, ਤੇ ਜਿੱਥੇ ਇਹਨੂੰ ਸਾਧ ਸੰਗਤ ਕਰਨ ਦਾ ਸਮਾਂ ਮਿਲਿਆ ਹੈ, ਉਸ ਅਸਥਾਨ ਤੇ ਬੋਹਰ ਨਾ ਆਵੇ, ਉਸ ਥਾਂ ਤੇ ਦੁਬਾਰਾ ਇਹ ਨਹੀਂ ਆਉਂਦਾ। ਪਰ ਐਸਾ ਹੈ ਨਹੀਂ ਹੈ। ਆਪਾਂ ਨੂੰ ਸਾਰੀ ਉਮਰ ਹੋ ਗਈ ਜਿੱਥੇ ਆਪਾਂ ਸਾਧ ਸੰਗਤ ਕਰਨ ਜਾਂਦੇ ਹਾਂ ਤੇ ਜਾਂਦੇ ਹੀ ਰਹਿੰਦੇ ਹਾਂ, ਘਰ ਵੀ ਵਾਪਸ ਆ ਜਾਂਦੇ ਹਾਂ ਤੇ ਫਿਰ ਅਗਲੇ ਐਤਵਾਰ ਨੂੰ ਫਿਰ ਚਲੇ ਜਾਂਦੇ ਹਾਂ। ਪਰ ਇੱਥੇ ਲਿਖਿਆ ਉਸ ਅਸਥਾਨ ਤੇ ਬੋਹਰ ਨਾ ਆਵੇ, ਉਸ ਥਾਂ ਤੇ ਇਹ ਬੰਦਾ, ਇਹ ਮਨੁੱਖ ਮੁੜ ਕੇ ਕਦੇ ਨਹੀਂ ਆਉਂਦਾ। ਬਸ ਹੁਣ ਇਹ ਗੱਲ ਸਮਝਣੀ ਹੈ ਵੀ ਇਹਦੇ ਅਰਥ ਕੀ ਬਣਦੇ ਨੇ। ਜਿਹੜਾ ਤੇ ਸ਼ਬਦ ਹੈ ਨਾ, ਕੱਲਾ ਇਸ ਨੂੰ ਸਮਝ ਲਵੋ ਤੇ ਗੱਲ ਸਾਰੀ ਸਮਝ ਆ ਜਾਣੀ ਹੈ। ਹਿੰਦੀ ਵਿੱਚ ਇਸ ਨੂੰ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ, ਉਸ ਸਥਾਨ ਸੇ। ਤੇ ਪੰਜਾਬੀ ਵਿੱਚ ਜੇ ਤੇ ਦੇ ਅਰਥ ਕਰਨੇ ਹੋਣ ਤੇ ਤੋਂ ਬਣ ਜਾਂਦੇ ਨੇ। ਉਸ ਥਾਂ ਤੋਂ ਮੁੜ ਕੇ ਕਦੇ ਨਹੀਂ ਆਉਂਦਾ। ਹੁਣ ਸਾਨੂੰ ਵੇਖਣਾ ਪਏਗਾ ਵੀ ਉਹ ਥਾਂ ਕਿਹੜਾ ਹੈ ਜਿੱਥੋਂ ਇਹ ਮੁੜ ਕੇ ਨਹੀਂ ਆਉਂਦਾ। ਗੁਰਦੁਆਰਿਓਂ ਜਾਂ ਸਾਧ ਸੰਗਤ ਵਿੱਚੋਂ ਆਪਾਂ ਹੁਣ ਵੀ ਸਾਧ ਸੰਗਤ ਕਰਦੇ ਹਾਂ, ਲੇਕਿਨ ਅਸੀਂ ਘਰਾਂ ਨੂੰ ਚਲੇ ਜਾਣਾ, ਭਾਵੇਂ ਘਰਾਂ 'ਚ ਹੀ ਬੈਠੇ ਹਾਂ, ਪਰ ਸਾਡਾ ਸਿਸਟਮ ਬੰਦ ਹੋ ਜਾਣਾ। ਉਸ ਸਥਾਨ ਤੇ ਬੋਹਰ ਨਾ ਆਵੇ, ਉਹ ਜਿਹੜਾ ਥਾਂ ਹੈ, ਉਸ ਥਾਂ ਤੋਂ ਇਹ ਬੰਦਾ ਮੁੜ ਕੇ ਵਾਪਸ ਨਹੀਂ ਆਉਂਦਾ। ਕਿਹੜੀ ਥਾਂ ਤੋਂ? ਸਾਧ ਸੰਗਤ ਤੋਂ। ਹੁਣ ਅਸੀਂ ਇਸ ਨੂੰ ਸਮਝਣਾ ਕਿ ਸਾਧ ਸੰਗਤ ਵਿੱਚ ਜਾਣ ਨਾਲ ਸਾਨੂੰ ਕਿਹੜੀ ਥਾਂ ਪ੍ਰਾਪਤ ਹੋ ਜਾਂਦੀ ਹੈ, ਜਿਸ ਥਾਂ ਤੋਂ ਅਸੀਂ ਮੁੜ ਕੇ ਵਾਪਸ ਨਹੀਂ ਆਉਂਦੇ। ਪਹਿਲਾਂ ਤੇ ਅਸੀਂ ਸਾਧ ਸੰਗਤ ਵੀ ਸਮਝ ਲਈਏ। ਸਾਧ ਸੰਗਤ ਕਿਸ ਨੂੰ ਆਖਦੇ ਆ? ਆਪਾਂ ਵੈਸੇ ਜ਼ਿਆਦਾਤਰ ਗੁਰਦੁਆਰੇ 'ਚ ਇਕੱਠੇ ਹੁੰਦੇ ਆ ਜਾਂ ਕਿਸੇ ਦੇ ਘਰ ਇਕੱਠੇ ਹੁੰਦੇ ਆ, ਗੁਰੂ ਮਹਾਰਾਜ ਦਾ ਪ੍ਰਕਾਸ਼ ਕਰ ਲੈਂਦੇ ਆ ਤੇ ਆਪਾਂ ਆਖਦੇ ਆਪਾਂ ਸਾਧ ਸੰਗਤ ਕੀਤੀ ਅੱਜ। ਭਾਵੇਂ ਇਹ ਗੱਲ ਦਰੁਸਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਸਾਧ ਸੰਗਤ ਹੀ ਆਪਾਂ ਕੀਤੀ ਹੈ। ਪਰ ਕਦੀ ਤੁਸੀਂ ਵੇਖਿਆ ਕਿ ਇਸੇ ਸਾਧ ਸੰਗਤ ਵਿੱਚ ਆਪਾਂ ਲੜਾਈਆਂ ਵੀ ਕਰਦੇ ਹਾਂ? ਕਦੀ ਵੇਖਿਆ ਇਸੇ ਸਾਧ ਸੰਗਤ ਵਿੱਚ ਅਸੀਂ ਗਾਲੀ ਗਲੋਚ ਵੀ ਕਰਦੇ ਹਾਂ, ਇੱਕ ਦੂਜੇ ਦੀਆਂ ਪੱਗਾਂ ਵੀ ਲਾਹੁੰਦੇ ਹਾਂ, ਇੱਥੇ ਗੋਲੀ ਸਿੱਕਾ ਵੀ ਚੱਲਦਾ ਹੈ? ਫਿਰ ਇਹ ਸਾਧ ਸੰਗਤ ਹੋਈ? ਅਸੀਂ ਹੁਣ ਤੱਕ ਇਹੋ ਹੀ ਕਹਿੰਦੇ ਆ ਰਹੇ ਹਾਂ ਕਿ ਅਸੀਂ ਸਾਧ ਸੰਗਤ ਕਰਨ ਚੱਲੇ ਹਾਂ, ਗੁਰਦੁਆਰੇ ਚੱਲੇ ਹਾਂ। ਉੱਥੇ ਜਾਈਦਾ ਤੇ ਉੱਥੇ ਕੁਝ ਹੋਰ ਵੇਖਣ ਨੂੰ ਮਿਲਦਾ, ਫਿਰ ਕੀ ਇਹ ਸਾਧ ਸੰਗਤ ਹੈ? ਮੈਂ ਹੁਣ ਤੱਕ ਜਿਵੇਂ ਸੋਚਦਾ ਰਿਹਾ ਕਿ ਸਾਧ ਸੰਗਤ ਇਹੋ ਹੀ ਹੈ। ਮੈਂ ਕੱਲ ਪਰਸੋਂ ਦਾ ਇਸ ਪੰਕਤੀ ਨੇ ਮੈਨੂੰ ਸੋਚਣ ਤੇ ਮਜਬੂਰ ਕੀਤਾ ਕਿ ਸਾਧੂ ਸੰਗਤ ਕਿਹੜੀ ਹੈ ਫਿਰ, ਜੇ ਇਹ ਨਹੀਂ ਹੈ ਤੇ। ਜੇ ਇਹੋ ਹੀ ਹੈ ਤੇ ਫਿਰ ਇਹਦੇ ਵਿੱਚ ਜੋ ਕੁਝ ਹੁੰਦਾ ਇਹ ਕੀ ਹੁੰਦਾ? ਤੁਸੀਂ ਵੀ ਆਪਣੇ ਮਨੋਂ ਸਵਾਲ ਪੈਦਾ ਕਰਕੇ ਵੇਖਣਾ ਕਿ ਕੀ ਸੱਚੀ ਮੁੱਚੀ ਇਹੋ ਹੀ ਸਾਧ ਸੰਗਤ ਹੈ? ਜੇ ਇਹੋ ਹੀ ਸਾਧ ਸੰਗਤ ਹੈ ਤੇ ਫਿਰ ਜੋ ਕੁਝ ਇੱਥੇ ਅਸੀਂ ਹੁੰਦਾ ਵੇਖਦੇ ਹਾਂ, ਫਿਰ ਕੀ ਸਾਧ ਸੰਗਤ ਵਿੱਚ ਇਸ ਤਰ੍ਹਾਂ ਹੋ ਸਕਦਾ? ਇਹਦੇ ਤੇ ਤੁਸੀਂ ਆਪ ਸੋਚਣਾ। ਮੈਨੂੰ ਵੀ 3 ਦਿਨ ਹੋ ਗਏ ਸੋਚਦਿਆਂ, ਪਰ ਮੈਨੂੰ ਹੁਣ ਗੱਲ ਇੱਕ ਸਮਝ ਆ ਗਈ ਹੈ। ਉਹ ਸਮਝ ਇਹ ਆਈ ਕਿ ਸਾਧ ਸੰਗਤ ਨੂੰ ਹਮੇਸ਼ਾ ਨਿਖੇੜ ਕੇ ਪੜਿਆ ਕਰੋ, ਇਹਨੂੰ ਇਕੱਠਾ ਨਾ ਪੜੋ। ਸਾਧ ਸੰਗਤ ਇਸ ਨੂੰ ਜਦੋਂ ਨਿਖੇੜ ਕੇ ਪੜਾਂਗੇ ਨਾ, ਜਿਵੇਂ ਅੱਜ ਵਾਲੇ ਇਸ ਪਾਠ ਵਿੱਚ ਲਿਖਿਆ ਹੀ ਹੋਇਆ, ਸਾਧ ਸੰਗਤ ਉਹਨਾਂ ਨਿਖੇੜ ਕੇ ਲਿਖਿਆ ਹੋਇਆ। ਇਹਦਾ ਮਤਲਬ ਹੈ ਸਾਧੂਆਂ ਦੀ ਸੰਗਤ, ਸਾਧ ਦੀ ਸੰਗਤ, ਸੰਤ ਦੀ ਸੰਗਤ। ਇਹਦਾ ਮਤਲਬ ਇਹ ਆ। ਤੇ ਸਾਧੂ ਕੌਣ ਹੈ? ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਉਹ ਸਾਧੂ ਹੁੰਦੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਇੱਕ ਸਾਹ ਜਿੰਨਾ ਸਮਾਂ ਵੀ ਪਰਮਾਤਮਾ ਨਾ ਭੁੱਲਦਾ ਹੋਵੇ, ਉਹਨਾਂ ਨੂੰ ਸਾਧੂ ਆਖਦੇ ਨੇ। ਤੇ ਉਹਨਾਂ ਦੀ ਹੀ ਸੰਗਤ ਸਾਨੂੰ ਕਰਨੀ ਚਾਹੀਦੀ, ਉਹ ਹੀ ਸਾਧ ਸੰਗਤ ਹੈ। ਦੂਜੀ ਅਸੀਂ ਗੁਰਦੁਆਰੇ ਨੇ, ਲੋਕਾਂ ਦੇ ਘਰਾਂ ਵਿੱਚ ਪ੍ਰੋਗਰਾਮ ਨੇ, ਅਸੀਂ ਵੱਡੇ ਵੱਡੇ ਫੰਕਸ਼ਨ ਰੱਖਦੇ ਹਾਂ, ਕੀਰਤਨ ਦੀਆਂ ਸਭਾ, ਕਥਾ ਦੀਆਂ ਸਭਾ ਬਣਾਉਂਦੇ ਹਾਂ,
ਉਹ ਸਾਰਾ ਚੰਗੀ ਗੱਲ ਹੈ, ਮਾੜੀ ਨਹੀਂ। ਲੇਕਿਨ ਉਹ ਮੈਨੂੰ ਇਉਂ ਮਹਿਸੂਸ ਹੋਇਆ ਕਿ ਜਿਵੇਂ ਸਾਧ ਸੰਗਤ ਦੀ ਤਿਆਰੀ ਕਰਦੇ ਹਾਂ ਅਸੀਂ। ਮੈਨੂੰ ਇੰਨੇ ਸਾਲ ਲੱਗੇ ਨੇ, ਹੁਣ ਸਮਝ ਆਈਏ ਸਾਧ ਸੰਗਤ ਕਿਹਨੂੰ ਆਖਦੇ ਨੇ। ਕੇਵਲ ਤੇ ਕੇਵਲ ਸਾਧੂ ਦੀ ਸੰਗਤ ਨੂੰ ਸਾਧ ਸੰਗਤ ਆਖੀਦਾ ਹੈ। ਤੇ ਸਾਧੂ ਉਹ ਹੁੰਦਾ ਜਿਹਨੂੰ ਇੱਕ ਸਾਹ ਜਿੰਨਾ, ਸਾਹ ਲੈਣ ਜਿੰਨਾ ਸਮਾਂ ਵੀ ਰੱਬ ਨਾ ਵਿਸਰਦਾ ਹੋਵੇ, ਉਸ ਨੂੰ ਸਾਧੂ ਆਖਦੇ ਨੇ। ਤੇ ਉਸ ਦੀ ਸੰਗਤ ਸਾਧ ਸੰਗਤ ਹੁੰਦੀ ਹੈ, ਬਾਕੀ ਨਹੀਂ। ਬਾਕੀ ਸਾਧ ਸੰਗਤ ਦੀ ਤਿਆਰੀ ਹੈ, ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ। ਹੁਣ ਕਬੀਰ ਜੀ ਨੇ ਨਾ ਇਹ ਸਾਧ ਸੰਗਤ ਉੱਤੇ ਇੱਕ ਬਚਨ ਲਿਖਿਆ ਆਪਣੇ ਸ਼ਲੋਕਾਂ ਵਿੱਚ। ਵੀਰ ਜੀ ਤੁਹਾਨੂੰ ਕਬੀਰ ਸਾਹਿਬ ਦੇ ਸ਼ਲੋਕ ਸੁਣਾ ਰਹੇ ਨੇ, ਤੇ ਹੋ ਸਕਦਾ ਉਹਦੇ 'ਚ ਉਹਨਾਂ ਨੇ ਪੜ੍ਹਿਆ ਹੁਣ, ਕਬੀਰ ਸੰਗਤ ਸਾਧ ਕੀ। ਦੇਖੋ ਇੱਥੇ ਆ ਸ਼ਬਦ ਬੜਾ ਕਲੀਅਰ ਹੈ, ਸੰਗਤ ਸਾਧ ਕੀ, ਸਾਧੂ ਦੀ ਸੰਗਤ, ਇਸ ਨੂੰ ਸਾਧ ਸੰਗਤ ਆਖਦੇ ਨੇ। ਸਾਧੂ ਦੀ ਸੰਗਤ ਨੂੰ ਸਾਧ ਸੰਗਤ ਆਖਦੇ ਨੇ। ਕਬੀਰ ਸੰਗਤ ਸਾਧ ਕੀ, ਜੇ ਅਸੀਂ ਸਾਧੂ ਦੀ ਸੰਗਤ ਕਰੀਏ ਤੇ ਸਾਨੂੰ ਕੀ ਮਿਲਦਾ ਹੈ? ਦਿਨ ਦਿਨ ਦੂਣਾ ਹੇਤ। ਹੇਤ ਦਾ ਅਰਥ ਹੈ ਪਿਆਰ। ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਸਾਧੂ ਦੀ ਸੰਗਤ ਕੀਤਿਆਂ ਦਿਨ ਪ੍ਰਤੀ ਦਿਨ ਪਿਆਰ ਬਣਦਾ ਹੈ। ਹਰ ਦਿਨ ਪਿਆਰ ਵਿੱਚ ਵਾਧਾ ਹੁੰਦਾ ਹੈ। ਕੱਲ ਮੈਂ 1 ਘੰਟਾ ਨਾਮ ਜਪਿਆ ਸੀ, ਜੇ ਮੈਂ ਸਾਧੂ ਦੀ ਸੰਗਤ ਕੀਤੀ ਤੇ ਅੱਜ ਮੈਂ 1.25 ਘੰਟਾ ਜਪਾਂਗਾ। ਫਿਰ ਮੈਂ ਸਾਧੂ ਦੀ ਸੰਗਤ ਕੀਤੀ, ਅੱਜ ਮੈਂ 2 ਘੰਟੇ ਜਪਾਂਗਾ। ਫਿਰ ਸਾਧੂ ਦੀ ਸੰਗਤ ਕੀਤੀ ਤੇ ਮੇਰਾ ਪਿਆਰ ਹੋਰ ਵਧਣਾ ਚਾਹੀਦਾ ਹੈ। ਇਹ ਵੱਧਦਾ ਪਿਆਰ ਉੱਥੋਂ ਤੱਕ ਚਲਾ ਜਾਏ ਜਿੱਥੋਂ ਤੱਕ ਉਸ ਸਾਧੂ ਦਾ ਗਿਆ ਹੋਇਆ ਕਿ ਇੱਕ ਸਵਾਸ ਵੀ, ਜਿੰਨਾ ਸਮਾਂ ਵੀ ਉਹਨੂੰ ਨਹੀਂ ਵਿਸਰਦਾ ਤੇ ਮੈਨੂੰ ਵੀ ਨਾ ਵਿਸਰੇ। ਇਹ ਹੈ ਸਾਧ ਸੰਗਤ ਵਿੱਚ ਗਿਆ ਦਿਨ ਦਿਨ ਦੂਣਾ ਹੇਤ। ਦਿਨ ਪ੍ਰਤੀ ਦਿਨ ਪਰਮਾਤਮਾ ਦੇ ਨਾਲ ਪਿਆਰ ਵੱਧਦਾ ਹੈ। ਤੇ ਜਿਹੜੀ ਸੰਗਤ ਆਪਾਂ ਕਰਦੇ ਹਾਂ ਉਹ ਪਤਾ ਕੀ ਹੈ? ਕਬੀਰ ਜੀ ਨੇ ਲਿਖਿਆ, ਵੇਖੋ ਮੇਰੇ ਤੇ ਗੁੱਸਾ ਨਾ ਕਰਨਾ। ਕਬੀਰ ਜੀ ਆਖਦੇ ਨੇ, ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਜਿਨ੍ਹਾਂ ਲੋਕਾਂ ਦੀ ਆਪਾਂ ਸੰਗਤ ਕਰਦੇ ਹਾਂ, ਇਹ ਤੇ ਕਾਲੀਆਂ ਕੰਬਲੀਆਂ ਵਰਗੇ ਨੇ, ਮਨੋਂ ਕਾਲੇ ਨੇ, ਮਨੋਂ ਕਾਲੇ ਨੇ, ਉੱਤੋਂ ਤੇ ਚਿੱਟੇ ਹੋ ਕੇ ਆਉਂਦੇ ਨੇ। ਮੇਰੇ ਵਰਗੇ ਕਿਵੇਂ ਚਿੱਟੇ ਕੱਪੜੇ ਪਾ ਕੇ ਆ ਕੇ ਸਟੇਜ ਤੇ ਬਹਿ ਜਾਂਦੇ ਨੇ, ਮੈਂ ਉਹਨਾਂ ਚੋਂ ਹਾਂ। ਲੇਕਿਨ ਕਬੀਰ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਲੋਕ ਜਿਹੜੇ ਚਿੱਟਿਆਂ ਕੱਪੜਿਆਂ ਵਾਲੇ ਤੁਹਾਨੂੰ ਨਜ਼ਰ ਆਉਂਦੇ ਆ, ਸਾਡੇ ਜਿਹੜੇ ਅੰਦਰਲੇ ਨੇ ਇਹ ਕਾਲੇ ਕੰਬਲਾਂ ਵਾਂਗੂ ਨੇ। ਅੰਦਰੋਂ ਅਸੀਂ ਕਾਲੇ ਆ। ਇਹ ਕਦੀ ਧੋਤਿਆਂ ਵੀ ਚਿੱਟੇ ਹੋਣ ਵਾਲੇ ਨਹੀਂ ਅੰਦਰਲੇ ਪਾਸਿਓਂ। ਸੋ ਇਹ ਹੈ ਸੰਗਤ ਸਾਧ ਕੀ। ਜਦੋਂ ਅਸੀਂ ਸਾਧੂ ਦੀ ਸੰਗਤ ਕਰਾਂਗੇ ਤੇ ਉਸ ਸਾਧੂ ਦੀ ਸੰਗਤ ਵਿੱਚ ਗਿਆ, ਸਾਡਾ ਦਿਨ ਦਿਨ ਦੂਣਾ ਹੇਤ ਹੋਏਗਾ। ਪਰਮਾਤਮਾ ਨਾਲ ਸਾਡਾ ਪਿਆਰ ਬਣੇਗਾ। ਪਰਮਾਤਮਾ ਨਾਲ ਪਿਆਰ ਬਣੇਗਾ, ਸਾਡੀ ਇੱਕ ਉੱਚੀ ਆਤਮਿਕ ਅਵਸਥਾ ਬਣੇਗੀ। ਉਹ ਜਿਹੜੀ ਉੱਚੀ ਆਤਮਿਕ ਅਵਸਥਾ ਬਣੇਗੀ ਨਾ, ਉਸ ਅਸਥਾਨ ਤੇ ਬੋਹਰ ਨਾ ਆਵੇ। ਉਸ ਥਾਂ ਤੋਂ ਫਿਰ ਉਹ ਗੁਰੂ ਦਾ ਸਿੱਖ ਥੱਲੇ ਨਹੀਂ ਡਿੱਗਦਾ। ਉਸ ਥਾਂ ਤੋਂ ਮੁੜ ਕੇ ਉਹ ਸਾਖਤਾਂ ਦੀ ਸੰਗਤ ਵਿੱਚ ਨਹੀਂ ਜਾਂਦਾ। ਉਸ ਥਾਂ ਤੋਂ ਥੱਲੇ ਨਹੀਂ ਡਿੱਗਦਾ ਫਿਰ ਉਹ ਬੰਦਾ। ਇਹ ਮੈਨੂੰ ਸਮਝ ਆਈ ਹੈ। ਦੇਖੋ, ਇਹ ਮੇਰੀ ਸਮਝ ਹੈ, ਤੁਹਾਡੀ ਸਮਝ ਤੁਸੀਂ ਆਪ ਇਹਨਾਂ 2 ਪੰਕਤੀਆਂ ਨੂੰ ਪੜ੍ਹਨਾ, ਇਹਨਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨਾ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਬਿਲਕੁਲ ਦਰੁਸਤ ਕਹਿਤਾ ਜੋ ਕਹਿ ਦਿੱਤਾ ਹੈ, ਜਾਂ 100% ਇਹੋ ਹੀ ਸੱਚਾਈ ਹੈ। ਤੁਸੀਂ ਇਹਦੇ ਤੇ ਹੋਰ ਧਿਆਨ ਨਾਲ ਗੌਰ ਫਰਮਾਣਾ। ਮੈਨੂੰ ਇੱਕ ਗੱਲ ਹੋਰ ਯਾਦ ਆਈ, ਉਹ ਇਹ ਆਈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਾ ਇੱਕ ਵਾਰੀ ਸਿੱਖਾਂ ਦੇ ਸੰਗਤ ਦੇ ਕਹਿਣ ਤੇ ਜਪਜੀ ਸਾਹਿਬ ਜੀ ਦੇ ਪਾਠ ਦੀ ਕਥਾ ਕੀਤੀ। ਉਹਨਾਂ ਨੇ ਉਹਦੀ ਵਿਆਖਿਆ ਕੀਤੀ। ਸਹਿਜੇ ਕਈ ਦਿਨ ਲੱਗੇ ਹੋਣਗੇ। ਤੇ ਜਿਸ ਦਿਨ ਉਹ ਕਥਾ ਪੂਰੀ ਹੋ ਗਈ, ਉਸ ਦਿਨ ਗੁਰੂ ਜੀ ਨੇ ਅਰਦਾਸ ਕੀਤੀ ਤੇ ਉਹਨਾਂ ਨੇ ਅਰਦਾਸ ਕਰਕੇ ਨਾ ਅੱਖਰ ਵਾਧੇ ਘਾਟੇ ਦੀ ਮੁਆਫੀ ਮੰਗੀ। ਜਦੋਂ ਉਹਨਾਂ ਮੁਆਫੀ ਮੰਗੀ ਤੇ ਸਿੱਖ ਸੰਗਤ ਨੇ ਪੁੱਛਿਆ ਵੀ ਸਤਿਗੁਰੂ ਜੀ, ਤੁਸੀਂ ਤੇ ਆਪ ਗੁਰੂ ਦੇ ਸਥਾਨ ਤੇ ਉਹ ਗੁਰੂ ਹੋ, ਗੁਰੂ ਨਾਨਕ ਦੇ ਘਰ ਦੇ ਜ਼ਿੰਮੇਵਾਰ ਹੋ, ਤੇ ਤੁਹਾਡੇ ਤੋਂ ਤੇ ਅੱਖਰ ਵਾਧਾ ਘਾਟਾ ਹੋ ਹੀ ਨਹੀਂ ਸਕਦਾ, ਤੁਹਾਨੂੰ ਮਾਫੀ ਮੰਗਣ ਦੀ ਲੋੜ ਕਿਉਂ ਪਈ?
ਉਹਨਾਂ ਨੇ ਜਿਹੜੇ ਬਚਨ ਆਖੇ ਸੀ ਉਹ ਬੜੇ ਇਤਿਹਾਸ ਵਿੱਚ ਲਿਖੇ ਹੋਏ ਮਿਲਦੇ ਨੇ। ਉਹਨਾਂ ਆਖਿਆ ਵੀ ਇਸ ਜਪਜੀ ਸਾਹਿਬ ਜੀ ਦੀ ਬਾਣੀ ਬਾਰੇ ਪੂਰਨ ਤੌਰ ਤੇ ਗੁਰੂ ਨਾਨਕ ਸਾਹਿਬ ਹੀ ਜਾਣਦੇ ਨੇ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ, ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹ ਬਚਨ ਆਖਦੇ ਨੇ ਕਿ ਇਸ ਬਾਣੀ ਲਈ ਪੂਰਨ ਤੌਰ ਤੇ ਗੁਰੂ ਨਾਨਕ ਸਾਹਿਬ ਨੂੰ ਹੀ ਪਤਾ ਹੈ, ਸਾਨੂੰ ਨਹੀਂ ਪਤਾ, ਫਿਰ ਸਾਡੇ ਵਰਗਿਆਂ ਲੋਕਾਂ ਦੀ ਕੀ ਪਾਇਆ ਹੈ? ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਗੁਰੂ ਜੀ ਨੇ ਆਹ ਹੀ ਲਿਖਿਆ? ਜੋ ਲਿਖਿਆ ਭਾਈ ਇਹਨੂੰ ਅਸੀਂ ਆਪਣੇ ਢੰਗ ਨਾਲ ਸਮਝ ਰਹੇ ਹਾਂ, ਪਤਾ ਨਹੀਂ ਇਹਦੇ ਅਰਥ ਕੀ ਹੋਣਗੇ, ਮਾਲਕ ਜਾਣੇ ਜਾਂ ਗੁਰੂ ਅਰਜਨ ਦੇਵ ਮਹਾਰਾਜ ਜਾਣਨ। ਪਰ ਇਸ ਤਰ੍ਹਾਂ ਸਮਝ ਆਈ ਹੈ ਕੁਝ ਵਿਦਵਾਨਾਂ ਨੂੰ ਪੜ੍ਹ ਕੇ, ਕੁਝ ਇਸ ਤਰ੍ਹਾਂ ਲੰਮੀ ਵਿਚਾਰ ਬਾਣੀ ਵਿੱਚੋਂ ਹੀ ਹੋਰ ਮੈਂ ਕਈ ਪੰਕਤੀਆਂ ਪੜ੍ਹੀਆਂ ਸਾਧ ਸੰਗਤ ਦੇ ਬਾਰੇ। ਇਸ ਤਰ੍ਹਾਂ ਸਮਝ ਆਈ ਕਿ ਉਹ ਜਿਹੜਾ ਥਾਂ ਹੈ ਨਾ, ਉਹ ਸਾਧ ਸੰਗਤ ਵਿੱਚ ਆ ਕੇ ਇੱਕ ਉੱਚੀ ਜਗ੍ਹਾ, ਇੱਕ ਉੱਚੀ ਆਤਮਿਕ ਅਵਸਥਾ ਬੰਦੇ ਦੀ ਬਣ ਜਾਂਦੀ ਹੈ। ਉਸ ਥਾਂ ਤੋਂ ਫਿਰ ਇਹ ਬੰਦਾ ਥੱਲੇ ਨਹੀਂ ਡਿੱਗਦਾ ਜਦੋਂ ਇਹ ਸਵਾਸ ਸਿਮਰਨ ਵਾਲੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਨਹੀਂ ਤੇ ਜਿਹੜੀਆਂ ਇਹ ਥਾਵਾਂ ਨੇ ਸਾਧ ਸੰਗਤ ਦੀਆਂ, ਇੱਥੇ ਤੇ ਅਸੀਂ ਜਾਣੇ ਵੀ ਹਾਂ ਤੇ ਆਉਣੇ ਵੀ ਹਾਂ। ਸੋ ਇੱਥੇ ਵਾਸਤੇ ਨਹੀਂ ਇਹ ਸ਼ਬਦ ਵਰਤਿਆ ਜਾ ਸਕਦਾ ਕਿ ਉਸ ਅਸਥਾਨ ਤੇ ਬੋਹਰ ਨਾ ਆਵੇ, ਹੈ ਨਾ। ਹੁਣ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਹੋਏਗੀ। ਕਬਹੂ ਸਾਧ ਸੰਗਤ ਇਹ ਪਾਵੇ, ਕਦੀ ਇਹ ਬੰਦਾ ਸਾਧੂਆਂ ਦੀ ਸੰਗਤ ਪ੍ਰਾਪਤ ਕਰ ਲੈਂਦਾ ਹੈ। ਸਾਧੂਆਂ ਦੀ ਸੰਗਤ ਪ੍ਰਾਪਤ ਕਰਕੇ ਇਹਨੂੰ ਇੱਕ ਉੱਚੀ ਆਤਮਿਕ ਅਵਸਥਾ ਮਿਲ ਜਾਂਦੀ ਏ ਤੇ ਉਸ ਆਤਮਿਕ ਉੱਚੀ ਅਵਸਥਾ ਤੋਂ ਫਿਰ ਥੱਲੇ ਨਹੀਂ ਡਿੱਗਦਾ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਸੱਚਖੰਡ ਵਾਲੀ ਅਵਸਥਾ ਆਖਿਆ। ਉਸ ਅਵਸਥਾ ਤੋਂ ਫਿਰ ਹੁਣ ਵੇਖੋ ਨਾ, ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਨਾਲ ਸ਼ਹੀਦ ਹੋਣ ਵਾਲੇ ਸੈਂਕੜੇ ਸਿੰਘ ਉਸ ਅਵਸਥਾ ਤੋਂ ਥੱਲੇ ਨਹੀਂ ਡਿੱਗੇ, ਚਾਹੇ ਉਹਨਾਂ ਨਾਲ ਕੁਝ ਵੀ ਸਰੀਰ ਤੇ ਵਾਪਰਿਆ। ਸੋ ਇਹ ਮੈਨੂੰ ਲੱਗਿਆ ਕਿ ਇਹ ਉਹ ਥਾਂ ਹੈ ਜਿੱਥੋਂ ਮੁੜ ਕੇ ਬੰਦਾ ਥੱਲੇ ਨਹੀਂ ਉਤਰਦਾ, ਉੱਥੇ ਰਹਿੰਦਾ। ਫਿਰ ਹੁਣ ਸਾਨੂੰ ਫਿਰ ਸਾਧ ਸੰਗਤ ਕਰਨੀ ਚਾਹੀਦੀ ਹੈ। ਇਹਦਾ ਮਤਲਬ ਤੇ ਇਹੀ ਹੈ ਨਾ। ਹੁਣ ਗੁਰੂ ਅਰਜਨ ਦੇਵ ਮਹਾਰਾਜ ਐਵੇਂ ਤੇ ਨਹੀਂ ਨਾ ਲਿਖ ਗਏ, ਸਾਡੇ ਲਈ ਲਿਖਿਆ ਹੈ। ਇਹਦਾ ਮਤਲਬ ਹੈ ਕਿ ਸਾਨੂੰ ਸਾਧੂ ਦੀ ਸੰਗਤ ਕਰਨੀ ਚਾਹੀਦੀ ਹੈ। ਸੋ ਪਹਿਲਾਂ ਸਾਨੂੰ ਸਾਧੂ ਲੱਭਣਾ ਪਏਗਾ, ਤੇ ਸਾਧੂ ਲੱਭਣ ਵਾਸਤੇ ਜਿਵੇਂ ਮੇਰਾ ਵਿਚਾਰ ਹੈ, ਇਹ ਵੀ ਮੇਰਾ ਆਪਣਾ ਹੀ ਵਿਚਾਰ ਅਜੇ ਬਣਿਆ ਇਸ ਤਰ੍ਹਾਂ ਦਾ, ਕੱਲ ਨੂੰ ਇਹ ਬਦਲ ਸਕਦਾ ਹੈ। ਅਜੇ ਇਸ ਤਰ੍ਹਾਂ ਹੀ ਬਣਿਆ ਹੋਇਆ ਕਿ ਸਾਨੂੰ ਗੁਰੂਆਂ ਦੀ ਪਵਿੱਤਰ ਬਾਣੀ ਨੂੰ ਇਸ ਢੰਗ ਨਾਲ ਸਮਝਣਾ ਚਾਹੀਦਾ ਹੈ। ਫਿਰ ਇਹ ਸਾਧੂਆਂ ਦੀ ਸੰਗਤ ਹੀ, ਭਾਵੇਂ ਅਸੀਂ ਇਕੱਲੇ ਹੀ ਬੈਠ ਕੇ ਘਰ 'ਚ ਵਿਚਾਰਦੇ ਹੋਈਏ, ਭਾਵੇਂ ਅਸੀਂ ਇਕੱਠੇ ਕੋਈ 10 ਭੈਣ ਭਰਾ ਬਹਿ ਕੇ ਵਿਚਾਰਦੇ ਹੋਈਏ, ਉਹ ਥਾਂ ਭਾਵੇਂ ਗੁਰਦੁਆਰਾ ਹੋਵੇ, ਭਾਵੇਂ ਕਿਸੇ ਦਾ ਘਰ ਹੋਵੇ, ਤੇ ਭਾਵੇਂ ਸਾਡੀ ਆ ਵਰਚੁਅਲ ਮੀਟਿੰਗ ਹੋਵੇ, ਕੋਈ ਵੀ ਹੋਵੇ, ਬਸ ਜਿੱਥੇ ਬਹਿ ਕੇ ਆਪਾਂ ਗੁਰਬਾਣੀ ਨੂੰ ਵਿਚਾਰਦੇ ਹਾਂ, ਗੁਰਬਾਣੀ ਨੂੰ ਸਮਝਦੇ ਹਾਂ, ਤੇ ਸਾਡਾ ਦਿਨ ਪ੍ਰਤੀ ਦਿਨ ਪ੍ਰਮਾਤਮਾ ਨਾਲ ਪਿਆਰ ਵੱਧਦਾ ਹੈ, ਉਸ ਨੂੰ ਸਾਧੂ ਦੀ ਸੰਗਤ ਆਖਿਆ ਜਾ ਸਕਦਾ ਹੈ। ਜੇ ਸਾਧੂ ਦੀ ਸੰਗਤ ਕੀਤਿਆਂ ਪਿਆਰ ਨਹੀਂ ਰੱਬ ਨਾਲ ਵੱਧਦਾ, ਤੇ ਫਿਰ ਸਮਝ ਲੈਣਾ ਚਾਹੀਦਾ ਕਿ ਇਹ ਸਾਧੂ ਦੀ ਸੰਗਤ ਨਹੀਂ, ਇਹ ਕੁਝ ਹੋਰ ਹੈ, ਹਨਾ। ਸੋ ਇਹ ਗੱਲ ਆਪਾਂ ਸਮਝਣੀ ਪਵੇ। ਰਵਿਦਾਸ ਜੀ ਨੇ ਸਾਨੂੰ ਇਹ ਗੱਲ ਸਮਝਾਈ ਏ, ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੁਪ ਮਖੀਰਾ। ਮਧੂ ਸ਼ਹਿਦ ਦੀਆਂ ਮੱਖੀਆਂ ਵੇਖੀਆਂ ਨਾ ਕਿਵੇਂ ਛੱਤੇ ਤੇ ਜੁੜ ਕੇ ਬੈਠਦੀਆਂ ਨੇ। ਉਹ ਰਵਿਦਾਸ ਜੀ ਆਖਦੇ ਨੇ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੈਂ ਸਾਧ ਸੰਗਤ ਵਿੱਚ ਇਸ ਤਰ੍ਹਾਂ ਹੀ ਜੁੜਿਆ ਰਵਾਂ ਜਿਵੇਂ ਸ਼ਹਿਦ ਬਣਾਉਣ ਵਾਲੀਆਂ ਮਧੂ ਮੱਖੀਆਂ ਆਪਸ ਵਿੱਚ ਪਿਆਰ ਨਾਲ ਜੁੜ ਕੇ ਬੈਠਦੀਆਂ ਨੇ। ਮੈਂ ਇਸ ਤਰ੍ਹਾਂ ਸਾਧੂਆਂ ਦੀ ਸੰਗਤ ਵਿੱਚ ਬੈਠਾ ਰਹਾਂ। ਸਾਧੂਆਂ ਦੀ ਸੰਗਤ ਵਿੱਚ ਬਹਿ ਕੇ ਮੇਰਾ ਜੀਵਨ ਚੰਗਾ ਬਣ ਜਾਏਗਾ, ਰੱਬ ਨਾਲ ਮੇਰਾ ਪਿਆਰ ਵੱਧ ਜਾਏਗਾ, ਤੇ ਫਿਰ ਮੈਨੂੰ ਉਹ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਏਗੀ, ਜਿਸ ਅਵਸਥਾ ਤੋਂ ਫਿਰ ਮੈਂ ਥੱਲੇ ਡਿੱਗ ਕੇ ਸਾਖਤਾਂ ਵਾਲੇ ਕੰਮ ਨਹੀਂ ਕਰਾਂਗਾ। ਅਗਲੀਆਂ ਪੰਕਤੀਆਂ ਵੇਖੋ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਹੁਣ ਇੱਥੇ ਵੀ ਗੱਲ ਸਮਝਣ ਵਾਲੀ ਹੈ। ਅੰਤਰ ਹੋਏ ਗਿਆਨ ਪ੍ਰਗਾਸ,
उस साध संगत विच जाया, यानी साधु दी संगत करिया। अंतर बंदे दे अंदर मानसिक तौर ते, आत्मक तौर ते, बुद्धि विच ज्ञान दा प्रकाश हो जाता है। उस अस्थान का नहीं विनाश। हुण इत्थे भी जिहड़ा उस अस्थान है ना, ਇਹਦੀ ਮੈਨੂੰ ਇਵੇਂ ਹੀ ਸਮਝ ਆਈ ਵੀ ਇਹ ਵੀ ਉੱਚੀ ਆਤਮਕ ਅਵਸਥਾ ਦੀ ਗੱਲ ਹੀ ਹੈ। ਉਸ ਅਸਥਾਨ ਕਾ ਨਹੀਂ ਵਿਨਾਸ਼। ਉਹ ਜਿਹੜੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ਨਾ, ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ। ਉਹ ਉੱਚੀ ਆਤਮਕ ਅਵਸਥਾ ਫਿਰ ਕਦੇ ਖਤਮ ਨਹੀਂ ਹੁੰਦੀ। ਇਹਦੇ ਲਈ ਨਾ ਤੁਹਾਨੂੰ ਰਘਬੀਰ ਸਿੰਘ ਜੀ ਨੂੰ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਨੇ ਆਪਣੀ ਅਵਸਥਾ ਬਾਰੇ ਬੰਦਗੀਨਾਮੇ ਵਿੱਚ ਜ਼ਿਕਰ ਕੀਤਾ ਹੋਇਆ ਹੈ ਤੇ ਉਹ ਦੱਸਦੇ ਨੇ ਕਿ ਉਸ ਅਵਸਥਾ ਦਾ ਕਦੀ ਵੀ ਫਿਰ ਮੁੜ ਕੇ ਉਹਦੀ ਸਮਾਪਤੀ ਨਹੀਂ ਹੁੰਦੀ, ਉਹ ਬਣੀ ਹੀ ਰਹਿੰਦੀ ਹੈ। ਸਰੀਰ ਤਿਆਗਣ ਤੋਂ ਪਹਿਲਾਂ ਵੀ ਤੇ ਸਰੀਰ ਤਿਆਗਣ ਤੋਂ ਬਾਅਦ ਵਿੱਚ ਵੀ। ਉਸ ਅਸਥਾਨ ਕਾ ਨਹੀਂ ਵਿਨਾਸ਼। ਉਸ ਥਾਂ ਦਾ ਕਦੇ ਵਿਨਾਸ਼ ਨਹੀਂ ਹੋ ਸਕਦਾ। ਬਾਕੀ ਜਿੰਨੀਆਂ ਥਾਵਾਂ ਨੇ ਜਿਨ੍ਹਾਂ ਨੂੰ ਅਸੀਂ ਧਾਰਮਿਕ ਸਥਾਨ ਆਖਦੇ ਹਾਂ, ਮੈਨੂੰ ਇਸ ਤਰ੍ਹਾਂ ਲੱਗਣ ਲੱਗ ਪਿਆ ਇਹ ਸਾਰੀਆਂ ਬੰਦੇ ਦੀਆਂ ਬਣਾਈਆਂ ਹੋਈਆਂ ਥਾਵਾਂ ਨੇ। ਅਸਲ ਵਿੱਚ ਧਾਰਮਿਕ ਥਾਂ ਉਹ ਹੈ ਜਿੱਥੇ ਤੁਸੀਂ ਧਰਮ ਦੇ ਕੰਮ ਕਰਦੇ ਹੋ, ਤੇ ਧਰਮ ਦੇ ਕੰਮ ਹੁੰਦੇ ਨੇ ਆਪਣੇ ਫਰਜ਼ਾਂ ਦੀ ਪੂਰਤੀ ਕਰਨਾ। ਜੇ ਤੁਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਰ ਰਹੇ ਹੋ ਤੇ ਤੁਸੀਂ ਧਾਰਮਿਕ ਮਨੁੱਖ ਹੋ ਤੇ ਤੁਸੀਂ ਧਰਮ ਦੇ ਥਾਂ ਤੇ ਹੀ ਹੋ। ਜੇ ਆਪਣੇ ਫਰਜ਼ਾਂ ਨੂੰ ਨਹੀਂ ਪਹਿਚਾਨ ਰਹੇ, ਉਹਨਾਂ ਨੂੰ ਨਹੀਂ ਸਮਝ ਰਹੇ, ਫਿਰ ਨਾ ਅਸੀਂ ਧਾਰਮਿਕ ਮਨੁੱਖ ਹੋ ਸਕਦੇ ਹਾਂ, ਨਾ ਇਹ ਧਾਰਮਿਕ ਥਾਵਾਂ ਹੀ ਹੋ ਸਕਦੀਆਂ ਨੇ। ਜਿਨ੍ਹਾਂ ਨੂੰ ਅਸੀਂ ਧਾਰਮਿਕ ਥਾਵਾਂ ਕਹਿ ਰਹੇ ਹਾਂ, ਹੈ ਕੀ ਹੈ? ਕਦੀ ਬਾਬਰ ਆਇਆ ਤੇ ਉਹਨੇ ਮੰਦਿਰ ਤੋੜ ਕੇ ਮਸੀਤਾਂ ਬਣਵਾ ਲਈਆਂ, ਕਦੀ ਅੱਜ ਦੀ ਸਰਕਾਰ ਆਈ ਤੇ ਉਹਨਾਂ ਨੇ ਮਸੀਤਾਂ ਤੋੜ ਕੇ ਮੰਦਿਰ ਬਣਵਾ ਲਏ। ਤੇ ਅੱਜ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਗੁਰਦੁਆਰੇ ਵੀ ਇਹ ਸਰਕਾਰ ਤੋੜ ਰਹੀ ਹੈ। ਕਿੰਨੇ ਤੋੜ ਸੁੱਟੇ ਨੇ ਕਈਆਂ ਦੇ ਉੱਤੇ ਇਹਨਾਂ ਦੀ ਆਖੇ ਤੋੜਨ ਵਾਸਤੇ। ਸੋ ਇਹ ਸਾਰਾ ਕੀ ਹੈ? ਫਿਰ ਇਹ ਧਰਮ ਸਥਾਨ ਨੇ। ਜਿਹਦਾ ਜ਼ੋਰ ਪੈਂਦਾ ਉਹ ਬਣਾ ਲੈਂਦਾ, ਜਿਹਦਾ ਜ਼ੋਰ ਪੈਂਦਾ ਉਹ ਢਾਹ ਦਿੰਦਾ। ਫਿਰ ਧਰਮ ਸਥਾਨ ਕਿਹੋ ਜਿਹੇ ਹੋਏ? ਇੰਦਰਾ ਦਾ ਜ਼ੋਰ ਪਿਆ, ਉਹਨੇ ਅਕਾਲ ਤਖਤ ਢਾਹ ਦਿੱਤਾ। ਸੋ ਗੱਲ ਇਹ ਹੈ ਕਿ ਇਹ ਧਰਮ ਸਥਾਨ ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਨਾ, ਇਹ ਬੰਦੇ ਦੇ ਬਣਾਏ ਹੋਏ ਥਾਂ ਨੇ। ਇਹ ਸਤਿਕਾਰਯੋਗ ਜ਼ਰੂਰ ਨੇ, ਪਰ ਇਹ ਸਦਾ ਰਹਿਣ ਵਾਲੇ ਨਹੀਂ ਹਨ। ਇਹ ਗੱਲ ਸਾਨੂੰ ਮੰਨ ਲੈਣੀ ਪੈਣੀ ਹੈ, ਕਿਉਂਕਿ ਸਾਡੀ ਨਿਗਾਹ ਵਿੱਚ, ਸਾਡੇ ਵੇਖਦਿਆਂ ਮਸੀਤਾਂ ਢੱਠੀਆਂ ਮੰਦਿਰ ਬਣੇ, ਮੰਦਿਰ ਢੱਠੇ ਮਸੀਤਾਂ ਬਣੀਆਂ, ਗੁਰਦੁਆਰੇ ਢਹਿ ਕੇ ਉੱਥੇ ਉਹਨਾਂ ਨੇ ਸਫਾਈ ਕਰ ਦਿੱਤੀ, ਉੱਥੇ ਮੰਦਿਰ ਬਣਾਉਣੇ ਸ਼ੁਰੂ ਕਰ ਲਏ ਨੇ। ਅੱਗੇ ਹੋਰ ਕਿੰਨੇ ਤੋੜਨਗੇ ਤੇ ਪ੍ਰਮਾਤਮਾ ਜਾਣਦਾ ਹੈ। ਸੋ ਇਹ ਜਿਹੜੀਆਂ ਧਾਰਮਿਕ ਥਾਵਾਂ ਨੇ ਨਾ, ਇਹ ਸਤਿਕਾਰਯੋਗ ਜ਼ਰੂਰ ਨੇ, ਇਹਨਾਂ ਦਾ ਅਦਬ ਸਤਿਕਾਰ ਕਰਨਾ ਚਾਹੀਦਾ ਹੈ, ਲੇਕਿਨ ਸਦਾ ਰਹਿਣ ਵਾਲੀਆਂ ਨਹੀਂ ਹਨ। ਲੇਕਿਨ ਜਿਹੜਾ ਉਹ ਥਾਂ ਹੈ ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਜਿਸ ਥਾਂ ਤੋਂ ਬੰਦਾ ਮੁੜ ਕੇ ਵਾਪਸ ਨਹੀਂ ਆਉਂਦਾ, ਉਹ ਉਸ ਅਸਥਾਨ ਕਾ ਨਹੀਂ ਵਿਨਾਸ਼। ਉਸ ਥਾਂ ਦਾ ਵਿਨਾਸ਼ ਫਿਰ ਮੁੜ ਕੇ ਦੁਬਾਰਾ ਕਦੇ ਨਹੀਂ ਹੁੰਦਾ। ਉਹ ਹੈ ਉੱਚੀ ਆਤਮਕ ਅਵਸਥਾ। ਅੱਗੇ ਸਤਿਗੁਰੂ ਜੀ ਨੇ ਆਖਿਆ, ਮਨ ਤਨ ਨਾਮ ਰਤੇ ਇੱਕ ਰੰਗ। ਜਿਹੜੇ ਮਨੁੱਖ ਮਨ ਕਰਕੇ, ਤਨ ਕਰਕੇ ਨਾਮ ਵਿੱਚ ਤੇ ਪ੍ਰਮਾਤਮਾ ਦੇ ਪਿਆਰ ਵਿੱਚ ਰੰਗੇ ਜਾਂਦੇ ਨੇ। ਨਾਮ ਤੇ ਰੰਗ ਨੂੰ ਨਾ ਸਿਹਾਰੀ ਪਈ ਹੋਈ ਤੁਸੀਂ ਵੇਖ ਰਹੇ ਹੋ ਨਾ। ਨਾਮ ਵਿੱਚ ਰੰਗਿਆ ਜਾਣਾ ਤੇ ਪਿਆਰ ਵਿੱਚ ਰੰਗਿਆ ਜਾਣਾ, ਇਹ ਦੋਵੇਂ ਸਮਾਰਥਕ ਸ਼ਬਦ ਨੇ, ਇਹਨਾਂ ਵਿੱਚ ਕੋਈ ਫਰਕ ਨਹੀਂ ਹੈ। ਪਰਮਾਤਮਾ ਨਾਮ ਰੂਪ ਹੈ, ਨਾਮ ਵਿੱਚ ਰੰਗੇ ਜਾਈਏ ਤੇ ਪਰਮਾਤਮਾ ਵਿੱਚ ਰੰਗੇ ਜਾਈਦਾ ਹੈ। ਪਰਮਾਤਮਾ ਵਿੱਚ ਪਿਆਰ ਬਣ ਜਾਏ ਤੇ ਨਾਮ ਵਿੱਚ ਪਿਆਰ ਬਣ ਜਾਂਦਾ, ਇੱਕੋ ਹੀ ਗੱਲ ਹੈ। ਉਹਨਾਂ ਜਿਨ੍ਹਾਂ ਲੋਕਾਂ ਦਾ ਮਨ ਅਤੇ ਤਨ ਨਾਮ ਵਿੱਚ ਅਤੇ ਇੱਕੋ ਇੱਕ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਏ, ਸਦਾ ਬਸਹਿ ਪਾਰ ਬ੍ਰਹਮ ਕੈ ਸੰਗ, ਉਹ ਸਦਾ ਹੀ ਪਰਮਾਤਮਾ ਦੇ ਨਾਲ ਵਸਦੇ ਹਨ। ਹੁਣ ਵੇਖਣ ਵਾਲੀ ਗੱਲ ਕਿ ਪਰਮਾਤਮਾ ਕਿੱਥੇ ਰਹਿੰਦਾ ਹੈ ਜਿਹਦੇ ਨਾਲ ਉਹ ਵਸਦੇ ਨੇ। ਇੱਥੇ ਹੁਣ ਬੜਾ ਸਪਸ਼ਟ ਹੈ
ਕਿ ਜਿਨ੍ਹਾਂ ਗੁਰਮੁਖਾਂ ਦਾ ਸਾਧੂ ਸੰਗਤ ਕਰਕੇ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਏ, ਜਿਨ੍ਹਾਂ ਨੂੰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਜਿਨ੍ਹਾਂ ਦਾ ਮਨ ਅਤੇ ਤਨ ਪਰਮਾਤਮਾ ਦੇ ਨਾਮ ਤੇ ਉਹਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ, ਉਹ ਲੋਕ ਜਿਹੜੇ ਨੇ ਸਦਾ ਹੀ ਪਰਮਾਤਮਾ ਦੇ ਨਾਲ ਵਸਦੇ ਹਨ। ਹੁਣ ਅਸੀਂ ਸਮਝਣਾ ਹੈ ਕਿ ਪਰਮਾਤਮਾ ਫਿਰ ਕਿੱਥੇ ਵਸਦਾ ਹੈ? ਜਿਹਦੇ ਨਾਲ ਉਹ ਵਸਦੇ ਨੇ, ਰਹਿੰਦੇ ਤੇ ਉਹ ਆਪਣੇ ਘਰਾਂ 'ਚ ਹੀ ਨੇ। ਕੋਈ ਪਰਮਾਤਮਾ ਦਾ ਵੱਖਰਾ ਟਾਊਨ ਤੇ ਨਹੀਂ ਨਾ ਬਣਿਆ ਹੋਇਆ ਵੀ ਜਿੱਥੇ ਪਰਮਾਤਮਾ ਰਹਿੰਦਾ ਹੋਵੇ ਤੇ ਉਹ ਲੋਕ ਉਹਦੇ ਨਾਲ ਉੱਥੇ ਜਾ ਕੇ ਰਹਿਣ ਲੱਗ ਪੈਂਦੇ ਹੋਣ। ਐਸਾ ਤੇ ਕੁਝ ਵੀ ਨਹੀਂ। ਸਦਾ ਬਸਹਿ ਪਾਰ ਬ੍ਰਹਮ ਕੈ ਸੰਗ। ਪਾਰ ਬ੍ਰਹਮ ਦੇ ਨਾਲ ਵਸਣ ਵਾਲੀ ਵੀ ਇੱਕ ਉੱਚੀ ਆਤਮਿਕ ਅਵਸਥਾ ਹੀ ਹੈ। ਉਂਝ ਪਰਮਾਤਮਾ ਸਾਰੀ ਕਾਇਨਾਤ ਵਿੱਚ ਪਸਰਿਆ ਹੋਇਆ ਹੈ। ਗੁਰੂ ਜੀ ਨੇ ਲਿਖਿਆ, ਬਲਿਹਾਰੀ ਕੁਦਰਤ ਵਸਿਆ। ਉਹ ਪਰਮਾਤਮਾ ਘਟ ਘਟ ਮੈਂ ਹਰ ਜੂ ਬਸੈ, ਸਾਰਿਆਂ ਵਿੱਚ ਸਮਾਇਆ ਹੋਇਆ, ਸਾਰੀ ਕਾਇਨਾਤ ਵਿੱਚ, ਸਾਰੀ ਕੁਦਰਤ ਵਿੱਚ ਸਮਾਇਆ ਹੋਇਆ ਹੈ। ਲੇਕਿਨ ਸਾਨੂੰ ਤੇ ਨਹੀਂ ਦਿਸਦਾ। ਸਾਨੂੰ ਤੇ ਕੁਦਰਤ ਦਿਸ ਰਹੀ ਹੈ, ਬੰਦੇ ਦਿਸ ਰਹੇ ਨੇ, ਔਰਤਾਂ ਦਿਸ ਰਹੀਆਂ ਨੇ, ਘਰ ਮਹਿਲ ਮਕਾਨ ਦਿਸ ਰਹੇ ਨੇ, ਦੁਸ਼ਮਣ ਤੇ ਸੱਜਣ ਦਿਸ ਰਹੇ ਨੇ, ਅਮੀਰ ਤੇ ਗਰੀਬ ਦਿਸ ਰਹੇ ਨੇ। ਰੱਬ ਤੇ ਕਿਤੇ ਨਹੀਂ ਦਿਸਦਾ। ਜਦੋਂ ਅਸੀਂ ਸਾਧੂਆਂ ਦੀ ਸੰਗਤ ਕਰਕੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਾਂਗੇ, ਫਿਰ ਰੱਬ ਜੀ ਦੇ ਨਾਲ ਆਪਾਂ ਵੀ ਵਸਣ ਦਾ ਅਧਿਕਾਰ ਪ੍ਰਾਪਤ ਕਰ ਲਵਾਂਗੇ। ਉਹਦੇ 'ਚ ਕਿਵੇਂ ਉੱਥੇ ਅਪੜੀਏ? ਪਰਮਾਤਮਾ ਕਿੱਥੇ ਵਸਦਾ ਹੈ? ਕਬੀਰ ਜੀ ਨੇ ਵੀ ਗੱਲ ਬਾਣੀ ਵਿੱਚ ਲਿਖੀ ਹੋਈ ਹੈ। ਉਹ ਕਹਿੰਦੇ ਨੇ, 10ਵੇਂ ਦੁਆਰ ਕੁੰਚੀ ਜਬ ਦੀਜੈ, ਤਉ ਦਇਆਲ ਕੋ ਦਰਸ਼ਨ ਕੀਜੈ। ਇਹ ਗੱਲ ਧਿਆਨ ਵਿੱਚ ਰੱਖਣਾ ਤੇ ਇਹਦਾ ਅਭਿਆਸ ਕਰਿਆ ਕਰੋ। 10ਵੇਂ ਦੁਆਰ ਕੁੰਚੀ ਜਬ ਦੀਜੈ। ਕੁੰਚੀ ਦਾ ਮਤਲਬ ਹੈ ਕੁੰਜੀ, ਚਾਬੀ। 10ਵੇਂ ਦੁਆਰ ਨੂੰ ਜਦੋਂ ਕੋਈ ਮਨੁੱਖ ਸਾਧੂ ਸੰਗਤ ਵਿੱਚ ਆ ਕੇ ਸਾਧੂਆਂ ਕੋਲੋਂ ਚਾਬੀ ਲੈ ਕੇ ਉਸ 10ਵੇਂ ਦੁਆਰ ਦਾ ਤਾਲਾ ਖੋਲ ਲੈਂਦਾ ਹੈ ਨਾ, ਤਉ ਦਇਆਲ ਕੋ ਦਰਸ਼ਨ ਕੀਜੈ। ਦਇਆਲ ਮੈਨੇ ਦਿਆਲੂ ਵਾਹਿਗੁਰੂ ਪਰਮਾਤਮਾ, ਫਿਰ ਉਸ ਦੇ ਦਰਸ਼ਨ ਹੋ ਜਾਂਦੇ ਨੇ। ਉੱਥੇ ਉਹ ਬੈਠਾ ਨਜ਼ਰ ਆਉਂਦਾ ਹੈ ਤੇ ਫਿਰ ਉਹ ਮਨੁੱਖ ਜਿਹੜੇ ਨੇ ਨਾ, ਉਹ ਉਹਦੇ ਨਾਲ ਹੀ ਸਦਾ ਵਸਦੇ ਨੇ। ਉਹ ਜੇ ਸਥਾਨ ਜਿਹਦਾ ਵਿਨਾਸ਼ ਨਹੀਂ ਹੁੰਦਾ, ਉਸ ਸਥਾਨ ਤੇ ਬੋਹਰ ਨਾ ਆਵੇ, ਉਹ ਥਾਂ ਜਿੱਥੋਂ ਮੁੜ ਕੇ ਬੰਦਾ ਵਾਪਸ ਨਹੀਂ ਆਉਂਦਾ। ਉਹ ਇਹ ਥਾਂ ਹੈ। ਬਾਕੀ ਤੁਸੀਂ ਹੋਰ ਖੋਜ ਕਰਨਾ। ਮੇਰਾ ਮਤਲਬ ਇਹ ਆ ਕਿ ਜਿਹੜੀ ਅਸੀਂ ਕਥਾ ਕਰਦੇ ਆ ਨਾ ਸੁਖਮਨੀ ਸਾਹਿਬ ਜੀ ਦੀ ਜਾਂ ਬਾਣੀ ਦੀ, ਕੋਈ ਵੀ ਲੈ ਲਓ ਤੁਸੀਂ, ਇਹਨੂੰ ਅਸੀਂ ਕੰਨ ਰਸ ਨਾ ਬਣਾਈਏ, ਇਸ ਦੇ ਉੱਤੇ ਕੰਮ ਕਰੀਏ। ਕੰਮ ਕੀ ਕਰਨਾ ਹੈ? ਹੁਣ ਤੁਹਾਡੇ ਲਈ ਇੱਕ ਹੋਮਵਰਕ ਹੈ ਕਿ ਤੁਸੀਂ ਹੋਮਵਰਕ ਇਹ ਹੈ ਲੱਭਣਾ ਹੈ ਕਿ 10ਵਾਂ ਦੁਆਰ ਕਿੱਥੇ ਆ ਸਾਡੇ ਸਰੀਰ ਦੇ ਅੰਦਰ ਤੇ ਉਹਦੇ ਤੱਕ ਕਿਵੇਂ ਪਹੁੰਚਿਆ ਜਾਂਦਾ ਹੈ। ਉਹ ਕਿਹੜੀ ਚਾਬੀ ਹੈ ਜਿਹੜੀ ਸਾਧੂਆਂ ਕੋਲ ਹੈ ਜਾਂ ਗੁਰੂ ਕੋਲ ਹੈ, ਜਿਹੜੀ ਚਾਬੀ ਲਾ ਕੇ ਅਸੀਂ 10ਵੇਂ ਦੁਆਰ ਦਾ ਤਾਲਾ ਖੋਲ ਸਕਦੇ ਹਾਂ। ਇਹ ਤੁਹਾਡਾ ਹੋਮਵਰਕ ਹੈ। ਅਗਲੇ ਮਹੀਨੇ ਆਪਾਂ ਇਸ ਹੋਮਵਰਕ ਦੇ ਉੱਤੇ ਮੈਂ ਤੁਹਾਡੇ ਤੋਂ ਪੁੱਛਣਾ ਹੈ ਕਿ ਤੁਸੀਂ ਇੱਥੇ ਕੀ ਕੰਮ ਕੀਤਾ ਹੈ। ਨੋਟ ਕਰ ਲਓ ਬੇਸ਼ੱਕ। 10ਵੇਂ ਦੁਆਰ ਦੇ ਵਿੱਚ ਦਾ ਥਾਂ ਕਿਹੜਾ ਹੈ, ਕਿੱਥੇ ਹੈ? ਸਾਧੂਆਂ ਕੋਲ ਉਹਦੀ ਚਾਬੀ ਹੈ, ਗੁਰੂ ਕੋਲ ਉਹਦੀ ਚਾਬੀ ਹੈ। ਉਹ ਚਾਬੀ ਅਸੀਂ ਕਿਵੇਂ ਪ੍ਰਾਪਤ ਕਰੀਏ? ਉਹ ਚਾਬੀ ਲਾ ਕੇ 10ਵੇਂ ਦੁਆਰ ਦਾ ਤਾਲਾ ਕਿਵੇਂ ਖੋਲੀਏ ਤਾਂ ਜੋ ਸਾਡੀ ਉੱਚੀ ਆਤਮਿਕ ਅਵਸਥਾ ਬਣ ਜਾਏ, ਜਿਸ ਅਵਸਥਾ ਵਿੱਚ ਪਹੁੰਚ ਕੇ ਦੁਬਾਰਾ ਅਸੀਂ ਸਾਖਤਾਂ ਵਾਲੇ ਕਰਮ ਨਾ ਕਮਾਈਏ, ਦੁਬਾਰਾ ਸਾਨੂੰ ਜਨਮ ਮਰਨ ਦੇ ਗੇੜ 'ਚ ਨਾ ਪੈਣਾ ਪਵੇ, ਅਸੀਂ ਚੰਗਾ ਆਪਣਾ ਜੀਵਨ ਬਣਾ ਲਈਏ। ਇਹ ਤੁਹਾਡਾ ਹੋਮਵਰਕ ਹੈ। ਇਹਦੇ ਉੱਤੇ ਤੁਸੀਂ ਇਹ ਪੂਰਾ ਮਹੀਨਾ ਕੰਮ ਕਰਨਾ ਹੈ। ਸੋ ਅਗਲਾ ਬਚਨ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਬੰਦੇ, ਹੁਣ ਜਿਹੜਾ ਨਾ ਇਹ ਕੀਵਰਡ ਇਸ ਬੰਦ ਦਾ ਉਹ ਨਾ ਭੁੱਲਿਆ ਜੇ, ਸਾਧ ਸੰਗਤ ਹੈ, ਸਾਧੂਆਂ ਦੀ ਸੰਗਤ। ਜਿਹੜੇ ਬੰਦੇ ਸਾਧੂਆਂ ਦੀ ਸੰਗਤ ਕਰਦੇ ਨੇ ਉਹਨਾਂ ਦਾ ਤਨ ਮਨ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ। ਉਹਨਾਂ ਨੂੰ 10ਵਾਂ ਦੁਆਰ ਪ੍ਰਾਪਤ ਹੋ ਜਾਂਦਾ ਹੈ।
ਫਿਰ ਜਿਉਂ ਜਲ ਮੈਂ ਜਲ ਆਏ ਖਟਾਨਾ। ਖਟਾਨਾ ਦਾ ਮਤਲਬ ਹੈ ਮਿਲ ਜਾਣਾ। ਜਿਵੇਂ ਨਦੀਆਂ ਨਾਲਿਆਂ ਦਾ ਪਾਣੀ ਸਮੁੰਦਰ ਦੇ ਪਾਣੀ ਵਿੱਚ ਆ ਕੇ ਮਿਲ ਜਾਂਦਾ ਹੈ, ਜਾਂ ਹੋਰ ਕੋਈ ਵੀ ਪਾਣੀ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਇੱਕ ਮਿਕ ਹੋ ਜਾਂਦਾ ਹੈ। ਕਿਉਂ ਜੋਤੀ ਸੰਗ ਜੋਤ ਸਮਾਨਾ। ਇਸ ਤਰ੍ਹਾਂ ਉਹ ਬੰਦੇ ਜਿਹੜੇ ਨੇ ਪ੍ਰਮਾਤਮਾ ਦੀ ਜੋਤੀ ਵਿੱਚ ਉਹਨਾਂ ਦੀ ਜੋਤ ਸਮਾ ਜਾਂਦੀ ਹੈ। ਭਾਵ ਪਰਮ ਆਤਮਾ, ਜਿਸ ਨੂੰ ਆਪਾਂ ਪਰਮਾਤਮਾ ਆਖਦੇ ਹਾਂ ਨਾ ਜੀ, ਇਹਦੇ ਦੋ ਸ਼ਬਦਾਂ ਨਾਲ ਇਹ ਪਰਮਾਤਮਾ ਸ਼ਬਦ ਬਣਿਆ, ਪਰਮ ਜਮਾ ਆਤਮਾ, ਪਰਮਾਤਮਾ, ਪਰਮ ਜਮਾ ਆਤਮਾ। ਸੋ ਉਸ ਪਰਮਾਤਮਾ ਵਿੱਚ ਉਹਨਾਂ ਦੀ ਆਤਮਾ ਜਿਹੜੀ ਉਹ ਲੀਨ ਹੋ ਜਾਂਦੀ ਹੈ। ਕਿੰਨਾਂ ਦੀ ਲੀਨ ਹੁੰਦੀ ਹੈ? ਜਿਹੜੇ ਸਾਧੂਆਂ ਦੀ ਸੰਗਤ ਕਰਦੇ ਨੇ, ਜਿਨ੍ਹਾਂ ਦਾ ਸੰਗਤ ਕਰਕੇ ਦਿਨ ਪ੍ਰਤੀ ਦਿਨ ਰੱਬ ਦੇ ਨਾਲ ਪਿਆਰ ਵੱਧਦਾ ਹੈ, ਜਿਨ੍ਹਾਂ ਦਾ ਮਨ ਤਨ ਰੰਗਿਆ ਜਾਂਦਾ ਪ੍ਰਭੂ ਦੇ ਪਿਆਰ ਵਿੱਚ। ਜਿਹੜੇ ਇਹੋ ਜਿਹੀ ਅਵਸਥਾ ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਦੀ ਆਤਮਾ ਪਰਮਾਤਮਾ ਵਿੱਚ ਸਦਾ ਸਦਾ ਲਈ ਲੀਨ ਹੋ ਜਾਂਦੀ ਹੈ। ਆਪਾਂ ਪੰਜਵੇਂ ਪਾਤਸ਼ਾਹ ਦੇ ਇੱਕ ਬਚਨ ਹਮੇਸ਼ਾ ਜ਼ਿਆਦਾਤਰ ਸੁਣਦੇ ਹੁੰਦੇ ਆ, ਜਦੋਂ ਕੋਈ ਬੰਦਾ ਅਕਾਲ ਚਲਾਣਾ ਕਰ ਜਾਏ ਉਦੋਂ ਰਾਗੀ ਸਿੰਘ ਗਾਇਆ ਕਰਦੇ ਨੇ ਕੀਰਤਨ ਦੇ ਰੂਪ ਵਿੱਚ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਮਰਗਿਆਂ ਉੱਤੇ ਪੜ੍ਹਨ ਵਾਸਤੇ ਸ਼ਬਦ ਨਹੀਂ ਹੈ, ਬਿਲਕੁਲ ਨਹੀਂ ਹੈ। ਇਹ ਜਿਉਂਦਿਆਂ ਤੇ ਪੜ੍ਹਨ ਲਈ ਹੈ। ਵੀ ਜਿਉਂਦੇ ਜੀ ਤੁਸੀਂ ਸਾਧੂਆਂ ਦੀ ਸੰਗਤ ਕਰੋ, ਤੁਸੀਂ ਗੁਰੂ ਕੋਲੋਂ ਉਹ ਚਾਬੀ ਲੱਭੋ ਜਿਸ ਚਾਬੀ ਨੂੰ ਲਾ ਕੇ ਅਸੀਂ 10ਵੇਂ ਦੁਆਰ ਦਾ ਤਾਲਾ ਖੋਲ ਸਕੀਏ, ਉੱਥੇ ਜਾ ਕੇ ਅਸੀਂ ਪਰਮਾਤਮਾ ਦਾ ਦੀਦਾਰ ਕਰ ਸਕੀਏ। ਤੇ ਉਸ ਦਰਸ਼ਨ ਦੇ ਵਿੱਚੋਂ ਜਦੋਂ ਅਸੀਂ ਦਰਸ਼ਨ ਕਰਾਂਗੇ ਤੇ ਉਹਦੇ ਵਿੱਚ ਫਿਰ ਸਾਨੂੰ ਲੀਨਤਾ ਹਾਸਲ ਹੋ ਜਾਏਗੀ, ਉਹਦੇ ਵਿੱਚ ਸਮਾ ਜਾਣਾ ਮਿਲ ਜਾਏਗਾ। ਉਸ ਪਰਮ ਜੋਤੀ ਵਿੱਚ ਸਾਡੀ ਇਹ ਛੋਟੀ ਜਿਹੀ ਜੋਤੀ ਆਤਮਾ ਲੀਨ ਹੋ ਜਾਏਗੀ। ਉਸ ਨੂੰ ਗੁਰੂ ਜੀ ਨੇ ਇੱਥੇ ਆਖਿਆ, ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਵੱਖਰੇ ਨਹੀਂ ਕੀਤੇ ਜਾ ਸਕਦੇ, ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਕੇ ਪਾਣੀ ਹੀ ਹੋ ਜਾਂਦਾ ਹੈ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਦੋਂ ਕਿਸੇ ਬੰਦੇ ਦੀ ਇਹ ਆਤਮਾ ਜਿਉਂਦੇ ਜੀ ਪਰਮਾਤਮਾ ਵਿੱਚ ਮਿਲ ਜਾਂਦੀ, ਉਹਦੇ 'ਚ ਸਮਾ ਜਾਂਦੀ ਏ, ਇਹਦੀ ਜ਼ਿੰਦਗੀ ਦਾ ਮਨੋਰਥ ਪੂਰਾ ਹੋ ਜਾਂਦਾ ਹੈ। ਉਸ ਤੋਂ ਪਹਿਲਾਂ ਸਾਡੀ ਜ਼ਿੰਦਗੀ ਦਾ ਮਨੋਰਥ ਨਹੀਂ ਜੇ ਪੂਰਾ ਹੋਣਾ, ਇਹ ਗੱਲ ਪੱਕੀ ਹੈ। ਔਰ ਇਹ ਗੁਰੂ ਜੀ ਕਹਿੰਦੇ ਨੇ, ਗੁਰਬਾਣੀ ਥਾਂ ਥਾਂ ਤੇ ਲਿਖਿਆ ਹੈ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਇੱਥੋਂ ਤੇ ਸਮਝ ਆ ਹੀ ਰਹੀ ਹੈ ਨਾ ਆਪਾਂ ਨੂੰ ਵੀ ਇਹ ਸਾਡੀ ਜਿਹੜੀ ਵਾਰੀ ਹੈ, ਪਰਮਾਤਮਾ ਨੇ ਸਾਨੂੰ ਇਹ ਮਨੁੱਖਾ ਜੀਵਨ ਦਿੱਤਾ ਹੈ, ਇਹ ਗੋਬਿੰਦ ਯਾਨੀ ਪਰਮਾਤਮਾ ਨੂੰ ਮਿਲਣ ਦੀ ਵਾਰੀ ਦਿੱਤੀ ਹੈ। ਸੋ ਇਹ ਮਿਲਣ ਦੀ ਵਾਰੀ ਸਾਨੂੰ ਸਾਧੂਆਂ ਦੀ ਸੰਗਤ ਵਿੱਚੋਂ ਸਮਝ ਆਉਣੀ ਹੈ ਕਿ ਉਹਨੂੰ ਮਿਲਣਾ ਕਿਵੇਂ ਆ। ਸੋ ਫਿਰ ਜਦੋਂ ਅਸੀਂ ਮਿਲ ਜਾਵਾਂਗੇ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਦੋਂ ਸਾਡੀ ਇਹ ਛੋਟੀ ਜੋਤ ਪ੍ਰਭੂ ਦੀ ਜੋਤ ਵਿੱਚ ਸਮਾ ਜਾਏਗੀ, ਸਾਡੀ ਜ਼ਿੰਦਗੀ ਦਾ ਜਿਹੜਾ ਮਨੋਰਥ ਹੈ, ਜਿਹੜਾ ਲਕਸ਼ ਹੈ, ਉਹ ਪੂਰਾ ਹੋ ਜਾਏਗਾ। ਅਖੀਰਲੀਆਂ 2 ਪੰਕਤੀਆਂ ਨੇ, ਉਹਨਾਂ ਵਿੱਚ ਗੁਰੂ ਜੀ ਨੇ ਲਿਖਿਆ, ਮਿਟ ਗਏ ਗਵਨ ਪਾਏ ਬਿਸਰਾਮ। ਉਸ ਵਕਤ ਜਦੋਂ ਇਹ ਮਨੁੱਖ ਸਾਧੂਆਂ ਦੀ ਸੰਗਤ ਕਰਕੇ ਤੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਇਸ ਤਰ੍ਹਾਂ ਜਦੋਂ ਇਸ ਮਨੁੱਖ ਦੀ ਜੋਤ ਰੱਬੀ ਜੋਤ ਵਿੱਚ ਮਿਲ ਜਾਏਗੀ, ਮਿਟ ਗਏ ਗਵਨ ਪਾਏ ਬਿਸਰਾਮ। ਬਿਸਰਾਮ ਦਾ ਅਰਥ ਹੈ ਵਿਸ਼ਰਾਮ, ਟਿਕਾਣਾ ਮਿਲ ਜਾਣਾ, ਅਚਲ ਥਾਂ ਮਿਲ ਜਾਣੀ, ਉਹ ਥਾਂ ਜਿੱਥੋਂ ਮੁੜ ਕੇ ਫਿਰ ਉਸ ਸਥਾਨ ਤੇ ਬੋਹਰ ਨਾ ਆਵੇ, ਉਹ ਥਾਂ ਦਾ ਪ੍ਰਾਪਤ ਹੋ ਜਾਣਾ, ਜਿਹੜੀ ਥਾਂ ਤੋਂ ਮੁੜ ਕੇ ਫਿਰ ਇਹ ਵਾਪਸ ਨਹੀਂ ਹੁੰਦਾ। ਇਹਦੇ ਜਨਮ ਮਰਨ ਦੇ ਗੇੜੇ ਮੁੱਕ ਜਾਂਦੇ ਨੇ। ਮਿਟ ਗਏ ਗਵਨ, ਗਵਨ ਦਾ ਮਤਲਬ ਹੁੰਦਾ ਆਉਣਾ ਜਾਣਾ, ਭਟਕਣਾ। ਉਹ ਭਟਕਣਾ ਮੁੱਕ ਜਾਂਦੀ ਹੈ ਤੇ ਸਦਾ ਥਿਰ ਰਹਿਣ ਵਾਲਾ ਟਿਕਾਣਾ ਮਿਲ ਜਾਂਦਾ ਹੈ। ਨਾਨਕ ਪ੍ਰਭ ਕੈ ਸਦ ਕੁਰਬਾਨ। ਅਖੀਰ ਵਿੱਚ ਸਤਿਗੁਰੂ ਆਖਦੇ ਨੇ, ਮੈਂ ਉਸ ਪ੍ਰਭੂ ਤੋਂ ਸਦਾ ਹੀ ਸਦਕੇ ਜਾਣਾ, ਜਿਸ ਪ੍ਰਭੂ ਨੇ ਮੇਰੇ ਤੇ ਮਿਹਰਬਾਨੀ ਕਰਕੇ ਮੈਨੂੰ ਗੁਰੂ ਨਾਨਕ ਜਿਹਾ ਗੁਰੂ ਮਿਲਾ ਦਿੱਤਾ, ਗੁਰੂ ਨਾਨਕ ਜਿਹਾ ਸਾਧੂ ਮਿਲਾ ਦਿੱਤਾ, ਗੁਰੂ ਨਾਨਕ ਜਿਹਾ ਬ੍ਰਹਮ ਗਿਆਨੀ ਮਿਲਾ ਦਿੱਤਾ, ਜਿਹਦੀ ਸੰਗਤ ਕਰਕੇ
ਮੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ, ਜਿਹਦੀ ਸੰਗਤ ਕਰਕੇ ਮੇਰਾ ਮਨ ਤੇ ਤਨ ਰੱਬੀ ਪਿਆਰ ਵਿੱਚ ਰੰਗਿਆ ਗਿਆ। ਜਿਸ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਮੇਰੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ। ਜਿਸ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਮੇਰੇ ਜਨਮ ਮਰਨ ਦੇ ਗੇੜੇ ਮੁੱਕ ਗਏ। ਨਾਨਕ ਪ੍ਰਭ ਕੈ ਸਦ ਕੁਰਬਾਨ, ਉਸ ਪ੍ਰਭੂ ਤੋਂ ਮੈਂ ਸਦਾ ਸਦਕੇ ਜਾਣਾ ਜਿਨਨੇ ਮੈਨੂੰ ਗੁਰੂ ਨਾਨਕ ਜਿਹਾ ਗੁਰੂ ਮਿਲਾ ਦਿੱਤਾ। ਪੰਜਵੇਂ ਪਾਤਸ਼ਾਹ ਦੇ ਇਹਨਾਂ ਬਚਨਾਂ ਨਾਲ ਮੈਂ ਅੱਜ ਦੀ ਵਿਚਾਰ ਸਮਾਪਤ ਕਰਦਾ ਹਾਂ। ਚਰਨ ਕਮਲ ਸ਼ਰਨ ਸੁਖ ਸਾਗਰ, ਨਾਨਕ ਸਦ ਕੁਰਬਾਨ। ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਚਰਨ ਕਮਲਾਂ ਦੀ ਸ਼ਰਨ ਵਿੱਚ ਆਇਆ ਹਾਂ। ਤੂੰ ਸੁੱਖਾਂ ਦੇ ਦੇਣ ਵਾਲਾ, ਸੁੱਖਾਂ ਦਾ ਸਾਗਰ ਹੈ। ਤੇਰੀ ਕਿਰਪਾ ਨਾਲ ਹੀ ਮੈਨੂੰ ਆਤਮਿਕ ਤੇ ਸਰੀਰਕ ਸੁੱਖ ਪ੍ਰਾਪਤ ਹੋਏ ਨੇ। ਮੈਂ ਤੇਰੇ ਤੋਂ ਸਦਾ ਹੀ ਸਦਕੇ ਜਾਣਾ, ਤੇਰੇ ਤੋਂ ਸਦਾ ਹੀ ਕੁਰਬਾਨ ਜਾਣਾ। ਸੋ ਅੱਜ ਦਾ ਇਹ ਬੰਦ ਅਸ਼ਟਪਦੀ ਨੰਬਰ 11 ਦਾ ਅਖੀਰਲਾ ਬੰਦ ਸੀ, ਜਿਸ ਵਿੱਚ ਗੁਰੂ ਮਹਾਰਾਜ ਨੇ ਸਾਨੂੰ ਸਾਧੂ ਸੰਗਤ ਕਰਨ ਦੇ ਲਾਭ ਦਰਸਾਏ ਨੇ ਤੇ ਸਾਧੂ ਸੰਗਤ ਕੀ ਹੁੰਦੀ ਇਹ ਵੀ ਦੱਸ ਦਿੱਤਾ ਹੈ। ਤੇ ਫਿਰ ਅਖੀਰ ਤੇ ਆਖਿਆ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਅਲ ਸੋਏ। ਜਿਹੜਾ ਪੂਰੇ ਪੁਲਾੜ ਵਿੱਚ ਰਮਿਆ ਹੋਇਆ, ਜਲ ਵਿੱਚ ਤੇ ਥਲ ਵਿੱਚ ਰਮਿਆ ਹੋਇਆ, ਨਾਨਕ ਪ੍ਰਭ ਕੈ ਸਦ ਕੁਰਬਾਨ। ਮੈਂ ਉਸ ਪ੍ਰਭੂ ਤੋਂ ਸਦਾ ਹੀ ਬਲਿਹਾਰ ਜਾਣਾ, ਸਦਾ ਹੀ ਮੈਂ ਸਦਕੇ ਜਾਣਾ। ਸੋ ਆਉਣ ਵਾਲੇ ਸਮੇਂ 'ਚ ਆਪਾਂ ਫਿਰ ਅਸ਼ਟਪਦੀ ਨੰਬਰ 12 ਸ਼ੁਰੂ ਕਰਾਂਗੇ। ਉਹਦਾ ਸ਼ਲੋਕ ਹੈ, ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਸੋ ਇੱਥੋਂ ਫਿਰ ਆਪਾਂ ਆਉਣ ਵਾਲੇ ਸਮੇਂ 'ਚ ਜਦੋਂ ਗੁਰੂ ਮਹਾਰਾਜ ਸਮਾਂ ਬਖਸ਼ਣਗੇ ਸ਼ੁਰੂ ਕਰਕੇ ਅਗਲੀ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਮੈਂ ਆਪ ਸਾਰਿਆਂ ਨੂੰ ਆਖਣਾ ਚਾਹਾਂਗਾ, ਆਪਣਾ ਭਾਈ ਹੋਮਵਰਕ ਨਾ ਭੁੱਲਣਾ। ਤੁਹਾਡੇ ਕੋਲ 1 ਮਹੀਨੇ ਦਾ ਸਮਾਂ ਹੈ, ਰਾਤ ਦਿਨ ਇੱਕ ਕਰ ਦਿਓ ਸਿਮਰਨ ਵਾਸਤੇ। ਹਰ ਵਕਤ ਪ੍ਰਭੂ ਦੀ ਭਗਤੀ ਵਿੱਚ ਜੁੜਨਾ ਸ਼ੁਰੂ ਕਰੋ। ਆਪਣੇ ਕੋਲ ਸਮਾਂ ਬਹੁਤਾ ਨਹੀਂ ਰਹਿ ਗਿਆ, ਸਮਾਂ ਬਹੁਤ ਥੋੜਾ ਹੈ ਆਪਣੇ ਕੋਲ। ਆਪਾਂ 60-70 ਸਾਲ ਬਿਤਾ ਲਏ ਨੇ, ਹੁਣ ਅੱਗੇ ਕਿੰਨੇ ਕੁ ਰਹਿ ਗਏ ਹੋਣਗੇ। ਜੇ ਆਪਾਂ ਠੀਕ ਵੀ ਰਹੀਏ ਜ਼ਿੰਦਗੀ ਵਿੱਚ, ਪੂਰੀ ਜ਼ਿੰਦਗੀ ਦਾ ਜਿਹੜਾ ਸਮਾਂ ਉਹਨੂੰ ਬਿਤਾਈਏ, ਤੇ ਬਹੁਤਾ ਲੰਮਾ ਸਮਾਂ ਆਪਣੇ ਕੋਲ ਨਹੀਂ ਰਹਿ ਗਿਆ। ਹੁਣ ਬਾਕੀ ਮੋਹ ਮਮਤਾ ਤੋਂ ਉੱਚੇ ਉੱਠੋ, ਬਾਕੀ ਵਿਚਾਰਾਂ ਵਿੱਚ ਪਿੱਛੇ ਛੱਡ ਦਿਓ। ਕਿੰਨੇ ਕੀ ਆਖਿਆ, ਕਿੰਨੇ ਕੀ ਨਾ ਆਖਿਆ, ਸਭ ਕੁਝ ਇੱਕ ਪਾਸੇ ਰੱਖ ਕੇ ਪ੍ਰਭੂ ਦੀ ਭਗਤੀ ਵਿੱਚ ਜੁੜ ਜਾਓ। ਇੰਨਾ ਜੁੜੋ ਕਿ ਹਰ ਸਵਾਸ ਸਾਨੂੰ ਰੱਬ ਹੁਣ ਚੇਤੇ ਆਉਣ ਲੱਗ ਪਵੇ, ਉਹ ਸਾਨੂੰ ਕਦੇ ਨਾ ਭੁੱਲੇ। ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ। ਉਹ ਕਿਉਂ ਵਿਸਰੇ ਰੱਬ ਜਿਨੇ ਸਾਨੂੰ ਸਾਰਾ ਕੁਝ ਦਿੱਤਾ ਹੈ, ਸਰੀਰ ਦਿੱਤਾ, ਕਿੰਨੇ ਸੋਹਣੇ ਸਾਨੂੰ ਸਾਰੇ ਅੰਗ ਦਿੱਤੇ ਨੇ, ਦਿਲ ਦਿਮਾਗ ਤੰਦਰੁਸਤ ਦਿੱਤਾ ਹੈ। ਹੁਣ ਤੱਕ ਸਾਡਾ ਸਰੀਰ ਕਾਇਮ ਹੈ ਤੇ ਬੜਾ ਸੋਹਣਾ ਚੱਲ ਰਿਹਾ ਹੈ। ਉਸ ਪਰਮਾਤਮਾ ਨੂੰ ਅਸੀਂ ਹੁਣ ਸਵਾਸ ਸਵਾਸ ਚੇਤੇ ਕਰਕੇ ਆਪਣਾ ਮਨੁੱਖਾ ਜੀਵਨ ਦਾ ਜਿਹੜਾ ਸਮਾਂ ਹੈ ਨਾ, ਇਸ ਨੂੰ ਸਫਲ ਬਣਾ ਲਈਏ। ਯਤਨ ਕਰਨਾ। ਤੇ ਮੇਰੇ ਪਾਸੋਂ ਅੱਜ ਦੀ ਇਹ ਵਿਚਾਰ ਕਰਦਿਆਂ ਜਿੰਨੀਆਂ ਵੀ ਭੁੱਲਾਂ ਹੋਈਆਂ ਹੋਣ, ਉਹ ਮੇਰੀਆਂ ਹੀ ਨੇ। ਉਹਨਾਂ ਨੂੰ ਤੁਸੀਂ ਤੇ ਗੁਰੂ ਮਹਾਰਾਜ ਖਿਮਾ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।